ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹਲਾ ਨੌਵਾਂ। ਯਤਨ ਬਹੁਤ ਸੁਖ ਕੇ ਕੀਏ, ਦੁਖ ਕੋ ਕੀਓ ਨਾ ਕੋਏ। ਕਹੋ ਨਾਨਕ ਸੁਨ ਰੇ ਮਨਾ, ਹਰ ਭਾਵੈ ਸੋ ਹੋਏ। ਯਤਨ ਬਹੁਤ ਸੁਖ ਕੇ ਕੀਏ, ਦੁਖ ਕੋ ਕੀਓ ਨਾ ਕੋਏ। ਕਹੋ ਨਾਨਕ ਸੁਨ ਰੇ ਮਨਾ, ਹਰ ਭਾਵੈ ਸੋ ਹੋਏ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਕਹੋ ਨਾਨਕ ਮਨ ਸਿਮਰਤ ਹੈ, ਪੂਰਨ ਹੋਵੈ ਕਾਮ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਕਹੋ ਨਾਨਕ ਮਨ ਸਿਮਰਤ ਹੈ, ਪੂਰਨ ਹੋਵੈ ਕਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਜੀ ਨੇ ਨੌਵੇਂ ਨਾਨਕ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਦੇ ਮੁਖਾਰਜ ਵਿੱਚੋਂ ਉਚਾਰਨ ਕੀਤੇ ਹੋਏ ਦੋ ਸ਼ਲੋਕਾਂ ਦਾ ਮੂਲ ਪਾਠ ਸਰਵਣ ਕੀਤਾ ਹੈ। ਇਹਨਾਂ ਪਾਵਨ ਸ਼ਲੋਕਾਂ ਦੀ ਕਥਾ ਆਪ ਜੀ ਨੂੰ ਸਰਵਣ ਕਰਵਾ ਰਹੇ ਹਨ ਪੰਥ ਪ੍ਰਸਿੱਧ ਵਿਦਵਾਨ ਸਤਿਕਾਰਯੋਗ ਗਿਆਨੀ ਪਰਮਿੰਦਰਪਾਲ ਸਿੰਘ ਜੀ ਬੁੱਟਰ, ਦਮਦਮੀ ਟਕਸਾਲ। ਆਓ ਭਾਈ ਸਾਹਿਬ ਜੀ ਪਾਸੋਂ ਪਿਆਰ ਸਤਿਕਾਰ ਦੇ ਨਾਲ ਪਾਵਨ ਸ਼ਲੋਕਾਂ ਦੀ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ ਡੋਲਨ ਤੇ ਰਾਖਹੁ ਪ੍ਰਭੂ। ਨਾਨਕ ਦੇ ਕਰ ਹੱਥ
ਇਹੋ ਤਨ ਮਨ ਤੇਰਾ ਸਭ ਗੁਣ ਤੇਰੇ, ਖੰਨੀਐ ਵੰਜਾਂ ਦਰਸ਼ਨ ਤੇਰੇ। ਦਰਸ਼ਨ ਤੇਰੇ ਸੁਣ ਪ੍ਰਭ ਮੇਰੇ, ਨਿਮਖ ਦ੍ਰਿਸ਼ਟ ਪੇਖ ਜੀਵਾ। ਅੰਮ੍ਰਿਤ ਨਾਮ ਸੁਣੀਜੈ ਤੇਰਾ, ਕਿਰਪਾ ਕਰਹਿ ਤਾ ਪੀਵਾ। ਆਸ ਪਿਆਸੀ ਪਿਰ ਕੈ ਤਾਈ, ਜਿਉ ਚਾਤ੍ਰਿਕ ਬੂੰਦੇ ਰੇ। ਕਹੋ ਨਾਨਕ ਜੀਅੜਾ ਬਲਿਹਾਰੀ, ਦੇਹੋ ਦਰਸ ਪ੍ਰਭ ਮੇਰੇ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਹੈ ਤੇਹਾ ਹਉ ਕਰੀ ਵਖਿਆਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਤਨ ਬਹੁਤ ਸੁਖ ਕੇ ਕੀਏ, ਦੁਖ ਕੋ ਕੀਓ ਨਾ ਕੋਏ। ਕਹੋ ਨਾਨਕ ਸੁਨ ਰੇ ਮਨਾ, ਹਰ ਭਾਵੈ ਸੋ ਹੋਏ। ਜਤਨ ਬਹੁਤ ਸੁਖ ਕੇ ਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਕੀ ਸਾਜੀ ਨਿਵਾਜੀ, ਪਰਮ ਸਤਿਕਾਰਯੋਗ ਸਾਧ ਸੰਗਤ ਜੀਓ। ਧੰਨ ਧੰਨ ਧਰਮ ਕੀ ਚਾਦਰ, ਤਿਆਗ ਔਰ ਵੈਰਾਗ ਕੀ ਮੂਰਤ। ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੇ ਸ਼ਹੀਦੀ ਅਸਥਾਨ ਪਰਮ ਪਵਿੱਤਰ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਰਮ ਪਵਿੱਤਰ ਹਜ਼ੂਰੀ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗਾ ਉੱਤਮ ਸ੍ਰੇਸ਼ਟ ਸਮਾਂ ਪ੍ਰਾਪਤ ਹੋ ਰਿਹਾ ਹੈ। ਇਸ ਅਸਥਾਨ ਤੇ ਆਪਣੀ ਸ਼ਹਾਦਤ ਤੋਂ ਪਹਿਲਾਂ ਕੈਦਖਾਨੇ ਦੇ ਵਿੱਚ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵਨ ਸ਼ਲੋਕ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ, ਜਿਨ੍ਹਾਂ ਨੂੰ ਆਪਾਂ ਭੋਗ ਦੇ ਸ਼ਲੋਕਾਂ ਦੇ ਨਾਮ ਨਾਲ ਸ਼ਰਧਾ ਭਾਵਨਾ ਸਹਿਤ ਯਾਦ ਕਰਦੇ ਹਾਂ। ਉਹਨਾਂ ਸ਼ਲੋਕਾਂ ਦੀ ਲੜੀਵਾਰ ਕਥਾ ਸੰਗਤਾਂ ਪਿਛਲੇ ਦਿਨਾਂ ਤੋਂ ਸਰਵਣ ਕਰਦੀਆਂ ਆ ਰਹੀਆਂ ਨੇ। ਕਿੰਨਾ ਮਹੱਤਵ ਹੈ ਇਹਨਾਂ ਸ਼ਲੋਕਾਂ ਦਾ। ਕੌਮ ਦੇ ਇੱਕ ਮਹਾਨ ਵਿਦਵਾਨ ਮਹਾਂਪੁਰਖ ਸੰਤ ਬਾਬਾ ਨਿਹਾਲ ਸਿੰਘ ਜੀ ਨਿਰਮਲੇ ਹੋਏ ਨੇ। ਤਤ ਬੀਤੇ ਸਨ, ਆਤਮਿਕ ਗਿਆਨੀ ਸਨ, ਮਹਾਨ ਹਸਤੀ ਸਨ, ਮਹਾਨ ਵਿਦਵਾਨ ਸਨ।
ਗੁਰਬਾਣੀ ਦੇ ਪ੍ਰਤੀ ਆਪਣੀ ਸ਼ਰਧਾ ਭਾਵਨਾ ਵਿਅਕਤ ਕਰਦਿਆਂ ਹੋਇਆਂ ਭੋਗ ਦੇ ਸ਼ਲੋਕਾਂ ਦੇ ਪ੍ਰਤੀ ਉਹਨਾਂ ਨੇ ਬੜਾ ਸੁੰਦਰ ਇੱਕ ਕਵਿਤ ਉਚਾਰਨ ਕੀਤਾ ਹੈ। ਉਹ ਕਹਿੰਦੇ ਨੇ, ਦੂਧ ਪੂਤ ਨੂਤ ਚਾਹੇ, ਗਜ ਬਾਜ ਸੂਤ ਚਾਹੇ, ਭਲੀ ਕਰਤੂਤ ਚਾਹੇ, ਹਰਿਆ ਚਾਹੇ ਸੋਗ ਕੋ, ਸਤ ਸੰਤੋਖ ਚਾਹੇ, ਗਿਆਨ ਧਿਆਨ ਮੋਖ ਚਾਹੇ, ਕਾਟਿਓ ਕਾਮ ਰੋਖ ਚਾਹੇ, ਸਾਧੂ ਚਾਹੇ ਜੋਗ ਕੋ, ਧਨ ਦੀ ਵਰਧਾਨ ਚਾਹੇ, ਆਗਿਆ ਮਹਿ ਜਹਾਨ ਚਾਹੇ, ਸ਼ੁਭ ਸੰਤਾਨ ਚਾਹੇ, ਆਰਜਾ ਅਰੋਗ ਕੋ, ਸ੍ਰੀ ਗੁਰੂ ਗ੍ਰੰਥ ਸਾਹਿਬ ਭਾਵਨੀ ਭਗਤ ਜੋਈ, ਸਾਰੋ ਜੋ ਨਾ ਸੁਨਿਆ ਜਾਏ, ਆਏ ਸੁਨੇ ਭੋਗ ਕੋ। ਦਸਮ ਪਾਤਸ਼ਾਹ ਜੀ ਕਾ ਪਰਮ ਪਵਿੱਤਰ ਬਚਨ ਆਪਾਂ ਹਰ ਵਕਤ ਚੇਤੇ ਕਰਦੇ ਹਾਂ। ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ ਧਾਏ। ਨੌ ਨਿਧੀਆਂ ਸਰਬ ਬਰਕਤਾਂ, ਹਰ ਪ੍ਰਕਾਰ ਦੇ ਖਜ਼ਾਨੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿਮਰਨ ਦੁਆਰਾ ਪ੍ਰਾਪਤ ਹੁੰਦੇ ਨੇ। ਤੇ ਜੋ ਤਕਰੀਬਨ ਮਨੁੱਖ ਦੀਆਂ ਖਾਹਿਸ਼ਾਂ ਹੁੰਦੀਆਂ ਨੇ, ਜੋ ਲੋੜਾਂ ਹੁੰਦੀਆਂ ਨੇ, ਜੋ ਇੱਛਾਵਾਂ ਹੁੰਦੀਆਂ ਨੇ, ਚਾਹੇ ਇਹ ਲੋਕ ਸਵਾਰਨ ਦੀਆਂ ਹਨ, ਚਾਹੇ ਪਰਲੋਕ ਸਵਾਰਨ ਦੀਆਂ ਹਨ, ਤਕਰੀਬਨ ਉਹਨਾਂ ਸਾਰੀਆਂ ਇੱਛਾਵਾਂ ਦਾ ਜ਼ਿਕਰ ਇਸ ਕਵਿਤ ਵਿੱਚ ਗੁਰਮੁਖਾਂ ਨੇ ਕੀਤਾ ਹੈ। ਪਹਿਲਾ ਬਚਨ ਹੈ, ਦੂਧ ਪੂਤ ਨੂਤ ਚਾਹੇ। ਇਹਦੇ ਵਿੱਚ ਤਿੰਨ ਚੀਜ਼ਾਂ ਗਿਣੀਆਂ। ਕੋਈ ਦੁੱਧ ਚਾਹੁੰਦਾ ਹੋਵੇ, ਕੋਈ ਪੁੱਤ ਚਾਹੁੰਦਾ ਹੋਵੇ, ਤੇ ਨੂਤ ਦਾ ਅਰਥ ਹੈ ਨੋਤ, ਉਸਤਤ, ਵਡਿਆਈ। ਕੋਈ ਦੁਨੀਆ ਵਿੱਚ ਆਪਣੀ ਵਡਿਆਈ ਚਾਹੁੰਦਾ ਹੋਵੇ। ਸਾਡੀ ਜਿਹੜੀ ਇਹ ਪੁਰਾਤਨ ਰਹਿਣੀ ਬਹਿਣੀ ਸੀ ਪਿੰਡਾਂ ਦੀ, ਥਾਵਾਂ ਦੀ, ਉੱਥੇ ਇਹ ਵੱਡੀਆਂ ਨੇਮਤਾਂ ਮੰਨੀਆਂ ਜਾਂਦੀਆਂ ਸਨ। ਘਰ ਵਿੱਚ ਦੁੱਧ ਦਾ ਖੁੱਲ੍ਹਾ ਹੋਣਾ ਤੇ ਘਰ ਵਿੱਚ ਪੁੱਤਰ ਖੇਡਦੇ ਹੋਣੇ। ਕੋਈ ਨਵ ਵਿਆਹੁਤਾ ਨੂੰ ਪੁਰਾਤਨ ਬਜ਼ੁਰਗ ਮਾਈਆਂ ਅਸੀਸ ਵੀ ਇਹੀ ਦਿਆ ਕਰਦੀਆਂ ਸਨ ਕਿ ਦੁੱਧੀ ਨਹਾਵੇਂ ਤੇ ਪੁੱਤੀ ਫਲੇ। ਤੇ ਅੱਜ ਵੀ ਇਹ ਵੱਡੀਆਂ ਨੇਮਤਾਂ ਹਨ। ਦੁੱਧ ਚਾਹੀਦਾ, ਪੁੱਤ ਚਾਹੀਦਾ, ਉਸਤਤ ਵਡਿਆਈ ਆਪਣੀ ਸਮਾਜ ਵਿੱਚ ਚਾਹੀਦੀ ਹੈ। ਗਜ ਬਾਜ ਸੂਤ ਚਾਹੇ। ਗਜ ਦਾ ਅਰਥ ਹਾਥੀ, ਬਾਜ ਦਾ ਅਰਥ ਘੋੜਾ ਤੇ ਸੂਤ ਦਾ ਅਰਥ ਰਥ। ਕਿਉਂਕਿ ਜਿਨ੍ਹਾਂ ਸਮਿਆਂ ਵਿੱਚ ਸੰਤ ਨਿਹਾਲ ਸਿੰਘ ਜੀ ਨੇ ਇਹ ਬਚਨ ਉਚਾਰਨ ਕੀਤਾ ਹੈ, ਉਦੋਂ ਇਹੀ ਸ਼ਾਨ ਦੀਆਂ ਅਸਵਾਰੀਆਂ ਹੋਇਆ ਕਰਦੀਆਂ ਸਨ। ਆਮ ਲੋਕ ਤਾਂ ਪੈਦਲ ਚੱਲਦੇ, ਸਰਦਿਆਂ ਪੁੱਜਦਿਆਂ ਕੋਲ ਗੱਡੇ ਹੁੰਦੇ, ਤੇ ਜਿਹੜੇ ਕੋਈ ਚੰਗੇ ਚੌਧਰੀ ਨੇ, ਰਈਸ ਨੇ, ਰਾਜ ਭਾਗ ਦੇ ਮਾਲਕ ਨੇ, ਉਹਨਾਂ ਕੋਲ ਘੋੜੇ, ਘੋੜੀਆਂ, ਹਾਥੀ ਤੇ ਰਥ ਵਗੈਰਾ, ਇਹ ਸ਼ਾਨ ਦੀ ਅਸਵਾਰੀ ਸਭ ਚੀਜ਼ਾਂ ਮੰਨੀਆਂ ਜਾਂਦੀਆਂ ਸਨ। ਤੇ ਅਜੋਕੇ ਸੰਦਰਭ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕੋਈ ਵਧੀਆ ਵਾਹਨ, ਕੋਈ ਵਧੀਆ ਮੋਟਰ ਕਾਰਾਂ, ਗੱਡੀਆਂ ਚਾਹੁੰਦਾ ਹੋਵੇ। ਭਲੀ ਕਰਤੂਤ ਚਾਹੇ। ਇਹ ਭਾਵਨਾ ਹੋਵੇ ਕਿ ਮੇਰੀ ਕਰਤੂਤ, ਮੇਰੀ ਕਰਨੀ ਚੰਗੀ ਹੋਵੇ, ਮੈਂ ਚੰਗੇ ਕਰਮ ਕਰਾਂ, ਮੇਰੀ ਸੁਰਤ, ਮੇਰੀ ਬਿਰਤੀ ਚੰਗੇ ਕਰਮਾਂ ਦੇ ਵਿੱਚ ਪ੍ਰਵਿਰਤ ਹੋਵੇ। ਇਹ ਇੱਕ ਬੜੀ ਚੰਗੀ ਭਾਵਨਾ ਹੈ। ਦੂਧ ਪੂਤ ਨੂਤ ਚਾਹੇ, ਗਜ ਬਾਜ ਸੂਤ ਚਾਹੇ, ਭਲੀ ਕਰਤੂਤ ਚਾਹੇ, ਹਰਿਆ ਚਾਹੇ ਸੋਗ ਕੋ। ਅਗਲੀ ਗੱਲ ਕਿ ਜ਼ਿੰਦਗੀ ਵਿੱਚੋਂ ਸੋਗਾਂ ਨੂੰ ਖਤਮ ਕਰਨਾ ਚਾਹੁੰਦਾ ਹੋਵੇ। ਕੋਈ ਸ਼ੋਕ, ਕੋਈ ਸੋਗ, ਕੋਈ ਦੁੱਖ, ਕੋਈ ਫਿਕਰ, ਕੋਈ ਪਰੇਸ਼ਾਨੀ, ਕੋਈ ਉਦਾਸੀ, ਕੋਈ ਚਿੰਤਾ। ਮਨੁੱਖ ਦੇ ਜੀਵਨ ਵਿੱਚ ਐਸੀਆਂ ਅਲਾਮਤਾਂ ਅਨੇਕਾਂ ਆਉਂਦੀਆਂ ਰਹਿੰਦੀਆਂ ਨੇ, ਤੇ ਕੋਈ ਇਹਨਾਂ ਅਲਾਮਤਾਂ ਨੂੰ ਦੂਰ ਕਰਨਾ ਚਾਹੁੰਦਾ ਹੋਵੇ ਕਿ ਸੋਗ ਮਿਟੇ, ਹਰਸ਼ ਆਵੇ, ਖੁਸ਼ੀ ਆਵੇ, ਆਨੰਦ ਆਵੇ। ਅਗਲੀ ਪੰਕਤੀ ਵਿੱਚ ਸ਼ੁਭ ਗੁਣਾਂ ਦੀ ਗੱਲ ਕੀਤੀ ਹੈ। ਸਤ ਸੰਤੋਖ ਚਾਹੇ।
ਸਤ ਸੰਤੋਖ ਦਇਆ ਧਰਮ ਵਿਚਾਰ ਇਤਿਆਦਿਕ ਜਿਹੜੇ ਸ਼ੁਭ ਗੁਣ ਨੇ, ਇਹਨਾਂ ਦੀ ਪ੍ਰਾਪਤੀ ਹੋ ਜਾਣੀ, ਇਹਨਾਂ ਦੇ ਅਨੁਸਾਰ ਆਪਣਾ ਜੀਵਨ ਹੋ ਜਾਣਾ ਕੋਈ ਸੌਖੀ ਜੀ ਗੱਲ ਨਹੀਂ। ਕੋਈ ਇਹ ਸਤ ਸੰਤੋਖ ਇਤਿਆਦਿਕ ਗੁਣਾਂ ਦਾ ਧਾਰਨੀ ਬਣਨਾ ਚਾਹੁੰਦਾ ਹੋਵੇ, ਗਿਆਨ ਧਿਆਨ ਮੋਖ ਚਾਹੇ, ਆਤਮਿਕ ਗਿਆਨ ਦੀ ਪ੍ਰਾਪਤੀ, ਵਾਹਿਗੁਰੂ ਦਾ ਧਿਆਨ, ਮੋਖ ਕਹਿੰਦੇ ਨੇ ਮੁਕਤੀ ਨੂੰ, ਦੁਨੀਆ ਦੇ ਬੰਧਨਾਂ ਤੋਂ ਮੁਕਤੀ, ਵਿਸ਼ਿਆਂ ਵਿਕਾਰਾਂ ਵੱਲੋਂ ਮੁਕਤੀ, ਸੰਸਾਰ ਤੋਂ ਪਾਰ ਉਤਾਰਾ, ਜੇ ਕੋਈ ਇਹ ਚਾਹੁੰਦਾ ਹੋਵੇ ਤਾਂ। ਤੇ ਇਸ ਮੁਕਤੀ ਦੇ, ਗਿਆਨ ਧਿਆਨ ਦੇ ਤੇ ਸਤ ਸੰਤੋਖ ਦੇ ਰਸਤੇ ਵਿੱਚ ਰੁਕਾਵਟ ਬਣਨ ਵਾਲੇ ਜਿਹੜੇ ਵਿਸ਼ੇ ਵਿਕਾਰ ਨੇ, ਕਾਟਿਓ ਕਾਮ ਰੋਖ ਚਾਹੇ। ਕਾਮ ਕ੍ਰੋਧ ਇਤਿਆਦਿਕ ਜਿਹੜੇ ਔਗੁਣ ਵਿਸ਼ੇ ਵਿਕਾਰ ਨੇ, ਜਿਨ੍ਹਾਂ ਨੇ ਸਾਡੇ ਤੇ ਇੰਨਾ ਕੁ ਆਪਣਾ ਜ਼ੋਰ ਪਾਇਆ ਹੋਇਆ ਹੈ ਕਿ ਚਾਹੁੰਦਿਆਂ ਹੋਇਆਂ ਵੀ ਅਸੀਂ ਇਹਨਾਂ ਤੋਂ ਬਚ ਨਹੀਂ ਸਕਦੇ, ਇਹਨਾਂ ਤੇ ਕਾਬੂ ਨਹੀਂ ਪਾ ਸਕਦੇ। ਜੇ ਕੋਈ ਇਹਨਾਂ ਤੇ ਕਾਬੂ ਪਾਉਣਾ ਚਾਹੁੰਦਾ ਹੋਵੇ, ਜੇ ਕੋਈ ਇਹਨਾਂ ਕਾਮ ਕ੍ਰੋਧ ਇਤਿਆਦਿਕ ਵਿਸ਼ਿਆਂ ਵਿਕਾਰਾਂ ਨੂੰ ਕੱਟਣਾ ਚਾਹੁੰਦਾ ਹੋਵੇ ਤਾਂ, ਤੇ ਅਗਲਾ ਬਚਨ ਸਾਧੂ ਚਾਹੇ ਜੋਗ ਕੋ, ਸਾਧੂ ਬਿਰਤੀ ਧਾਰਨ ਕਰਕੇ ਪ੍ਰਮਾਤਮਾ ਦਾ ਜੋਗ ਮਿਲਾਪ ਚਾਹੁੰਦਾ ਹੋਵੇ ਕਿ ਮੈਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇ, ਮੇਰਾ ਜੀਵਨ ਸ੍ਰੇਸ਼ਟ ਹੋ ਜਾਵੇ, ਉੱਤਮ ਹੋ ਜਾਵੇ। ਅਗਲੀ ਤੀਸਰੀ ਪੰਕਤੀ ਵਿੱਚ ਫਿਰ ਸੰਸਾਰਕ ਗੱਲਾਂ ਜਿਹੜੀਆਂ ਨੇ ਉਹਨਾਂ ਦਾ ਹੀ ਜ਼ਿਕਰ ਕੀਤਾ ਹੈ। ਧਨ ਦੀ ਵਰਧਾਨ ਚਾਹੇ, ਤੇ ਆਪਾਂ ਸਾਰੇ ਚਾਹੁੰਦੇ ਆ ਮੇਰਾ ਕਾਰੋਬਾਰ ਵਧੇ ਫੁੱਲੇ, ਕਿਰਤ ਕਮਾਈ ਵਿੱਚ ਵਾਧਾ ਹੋਵੇ, ਧਨ ਦੌਲਤ ਵਿੱਚ ਵਾਧਾ ਹੋਵੇ, ਧਨ ਦੀ ਵਰਧਾਨ ਚਾਹੇ। ਅਗਲੀ ਗੱਲ ਕਿ ਆਗਿਆ ਮਹਿ ਜਹਾਨ ਚਾਹੇ, ਇਹ ਮਨ ਵਿੱਚ ਇੱਛਾ ਹੋਵੇ ਕਿ ਲੋਕ ਮੇਰੀ ਕਹੀ ਗੱਲ ਦਾ ਸਤਿਕਾਰ ਕਰਨ, ਮੇਰੀ ਆਗਿਆ ਵਿੱਚ ਚੱਲਣ, ਮੇਰੀ ਜਿਹੜੀ ਗੱਲ ਹੈ ਉਹਨੂੰ ਸਤਿਕਾਰਿਆ ਜਾਵੇ, ਵਡਿਆਇਆ ਜਾਵੇ, ਮੰਨੀ ਜਾਵੇ। ਤੇ ਅਗਲਾ ਬਚਨ ਸ਼ੁਭ ਸੰਤਾਨ ਚਾਹੇ, ਇਹ ਵੀ ਹਰ ਇੱਕ ਦੀ ਇੱਛਾ ਹੈ। ਮੇਰੀ ਸੰਤਾਨ, ਮੇਰੀ ਔਲਾਦ ਸ਼ੁਭ ਹੋਵੇ, ਨੇਕ ਹੋਵੇ, ਚੰਗੀ ਹੋਵੇ, ਗਲਤ ਰਾਹ ਤੇ ਨਾ ਚੱਲੇ, ਤੇ ਇਉਂ ਸੋਭਾ ਦਿਵਾਉਣ ਵਾਲੀ, ਸ਼ੁਭ ਗੁਣਾਂ ਵਾਲੀ ਹੋਵੇ, ਨੇਕ ਹੋਵੇ, ਆਗਿਆਕਾਰੀ ਹੋਵੇ। ਤੇ ਅਖੀਰਲਾ ਬਚਨ ਕਹਿੰਦੇ ਨੇ ਆਰਜਾ ਅਰੋਗ ਕੋ, ਇਹ ਵੀ ਹਰ ਇੱਕ ਦੀ ਇੱਛਾ ਹੈ। ਜੋ ਸਰੀਰਕ ਉਮਰ ਹੈ ਇਹ ਅਰੋਗਤਾ ਦੇ ਸਹਿਤ ਬੀਤੇ, ਕੋਈ ਰੋਗ ਕੋਈ ਦੁੱਖ ਨੇੜੇ ਨਾ ਆਵੇ, ਤੰਦਰੁਸਤੀ ਦੀ ਦਾਤ ਆਪਾਂ ਗੁਰੂ ਕੋਲੋਂ ਮੰਗਦੇ ਆ ਨਾ। ਇਹਨਾਂ ਸਾਰੀਆਂ ਇੱਛਾਵਾਂ ਦਾ ਜ਼ਿਕਰ ਕਰਕੇ ਗੁਰਮੁਖ ਪਿਆਰੇ ਕਹਿੰਦੇ ਨੇ ਕਿ ਜਿਹਦੇ ਮਨ ਵਿੱਚ ਇਹ ਸਾਰੀਆਂ ਇੱਛਾਵਾਂ ਭਾਵੇਂ ਹੋਣ, ਜਾਂ ਇਹਨਾਂ ਵਿੱਚੋਂ ਕੋਈ ਇੱਕ ਦੋ ਹੋਣ, ਭਾਵੇਂ ਸਾਰੀਆਂ ਹੋਣ, ਇਹਨਾਂ ਇੱਛਾਵਾਂ ਦੀ ਪੂਰਤੀ ਵਾਸਤੇ ਉਹਨੂੰ ਕੀ ਕਰਨਾ ਚਾਹੀਦਾ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਭਾਮਨੀ ਭਗਤ ਜੋਈ, ਉਹ ਮਨੁੱਖ ਆਵੇ ਧੰਨ ਧੰਨ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ, ਭਾਵਨਾ ਭਗਤੀ ਨਾਲ, ਭਗਤੀ ਦੀ ਭਾਵਨਾ ਮਨ ਵਿੱਚ ਰੱਖ ਕੇ ਪ੍ਰੇਮ ਭਾਵਨਾ ਦੇ ਸਹਿਤ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰੇ, ਗੁਰੂ ਕੀ ਬਾਣੀ ਪੜ੍ਹੇ, ਗੁਰੂ ਕੀ ਬਾਣੀ ਸੁਣੇ। ਗੁਰਬਾਣੀ ਇੱਕ ਐਸਾ ਭੰਡਾਰ ਹੈ ਕਿ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਬਾਣੀ ਦੇ ਪ੍ਰਤਾਪ ਸਦਕਾ ਸਾਰੇ ਹੀ ਪਦਾਰਥ ਪ੍ਰਾਪਤ ਹੁੰਦੇ ਨੇ, ਇਸ ਲੋਕ ਦੇ ਵੀ ਔਰ ਪਰਲੋਕ ਦੇ ਵੀ। ਬਾਣੀ ਪੜਨ ਦੇ ਨਾਲ, ਬਾਣੀ ਸੁਣਨ ਦੇ ਨਾਲ ਇਹ ਲੋਕ ਸੁਖੀਏ, ਪਰਲੋਕ ਸੁਹੇਲੇ ਹੋ ਜਾਈਦਾ ਹੈ। ਸੋ ਜੋ ਵੀ ਇੱਛਾ ਮਨ ਅੰਦਰ ਹੈ, ਤੇ ਭਾਵੇਂ ਜਿੰਨੀਆਂ ਗਿਣੀਆਂ ਇਹ ਸਾਰੀਆਂ ਇੱਛਾਵਾਂ ਨੇ ਕਿ ਸਭੋ ਕੁਝ ਹੀ ਪ੍ਰਾਪਤ ਹੋ ਜਾਵੇ, ਇਹ ਇੱਛਾਵਾਂ ਰੱਖਣ ਵਾਲਾ ਵਿਅਕਤੀ ਸ਼ਰਧਾ ਭਾਵਨਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲਵੇ, ਗੁਰੂ ਕੀ ਬਾਣੀ ਪੜ੍ਹੇ, ਗੁਰੂ ਕੀ ਬਾਣੀ ਸੁਣੇ। ਪਰ ਚਲੋ ਸੰਸਾਰਿਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਜੇ ਕਿਤੇ ਐਸਾ ਸਬੱਬ ਬਣ ਨਾ ਸਕੇ, ਸਾਰੋ ਜੋ ਨਾ ਸੁਣਿਆ ਜਾਏ, ਇੱਕ ਓੰਕਾਰ ਤੋਂ 18 10 20 ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਾਰਾ ਪਾਠ ਜੇ ਕਿਧਰੇ ਨਾਮ ਹੀ ਸੁਣਿਆ ਜਾ ਸਕੇ ਤਾਂ ਕੀ ਕਰਨਾ ਚਾਹੀਦਾ? ਆਏ ਸੁਨੇ ਭੋਗ ਕਹੋ। ਇੱਕ ਮਨ ਇਕਾਗਰ ਚਿੱਤ ਹੋ ਕੇ, ਪੂਰਨ ਸ਼ਰਧਾ ਭਾਵਨਾ ਦੇ ਸਹਿਤ ਹੋ ਕੇ
ਗੁਰੂ ਕੇ ਚਰਨਾਂ ਵਿੱਚ ਆ ਕੇ ਉਹ ਭੋਗ ਸਰਵਣ ਕਰ ਲਵੇ। ਭੋਗ ਦੇ ਸ਼ਲੋਕ ਸਹਿਜ ਪਾਠ ਹੈ, ਸ੍ਰੀ ਅਖੰਡ ਪਾਠ ਸਾਹਿਬ ਹੈ। ਭੋਗ ਦੇ ਸ਼ਲੋਕ ਹੀ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਟਿਕਾ ਕੇ ਸੁਣ ਲਵੇ, ਭਾਵਨਾ ਮਨ ਵਿੱਚ ਪਰਪੱਕ ਹੋਵੇ, ਤਾਂ ਗੁਰੂ ਕੀ ਕਿਰਪਾ ਦੇ ਨਾਲ ਸਾਰੇ ਹੀ ਪਦਾਰਥ ਪ੍ਰਾਪਤ ਹੋਣਗੇ। ਪਿਛਲੇ ਦਿਨਾਂ ਵਿੱਚ ਵੀ ਦਾਸ ਨੇ ਬੇਨਤੀ ਕੀਤੀ ਕਿ ਇੱਕ ਓੰਕਾਰ ਤੋਂ ਜਪਜੀ ਸਾਹਿਬ ਜੀ ਤੋਂ ਬਾਣੀ ਆਰੰਭ ਹੋ ਕੇ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹੋ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ, ਇੱਥੋਂ ਤੱਕ ਅੰਮ੍ਰਿਤ ਰੂਪ ਬਾਣੀ ਦਾ ਜਿੰਨਾ ਭੰਡਾਰ ਸਤਿਗੁਰਾਂ ਨੇ ਸਾਨੂੰ ਬਖਸ਼ਿਆ ਹੈ, ਜੋ ਉਪਦੇਸ਼ ਬਖਸ਼ਿਆ ਹੈ, ਉਸ ਸਾਰੇ ਉਪਦੇਸ਼ ਦਾ ਸਾਰ ਤੱਤ ਸਤਿਗੁਰੂ ਗਰੀਬ ਨਿਵਾਜ ਜੀ ਨੇ ਭੋਗ ਦੇ ਸ਼ਲੋਕਾਂ ਵਿੱਚ ਉਚਾਰਨ ਕਰਕੇ ਰੱਖ ਦਿੱਤਾ। ਜਿਵੇਂ ਕੋਈ ਇਬਾਰਤ ਲਿਖੀ ਜਾਂਦੀ ਹੈ, ਕਿਸੇ ਵਿਸ਼ੇ ਤੇ ਪੁਸਤਕ ਲਿਖੀ ਜਾਂਦੀ ਹੈ, ਉਹਦੇ ਅਖੀਰ ਵਿੱਚ ਅੰਤਕਾ ਲਿਖ ਦਿੱਤੀ ਜਾਂਦੀ ਹੈ। ਅੰਤਕਾ ਤੋਂ ਭਾਵ ਕਿ ਸਾਰੀ ਲਿਖੀ ਉਸ ਪੁਸਤਕ ਦਾ ਨਿਚੋੜ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਧੁਰੋਂ ਆਈ ਅਗੰਮੀ ਬਾਣੀ ਹੈ, ਗੁਰੂ ਰੂਪ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਤੇ ਸਾਰੀ ਗੁਰਬਾਣੀ ਦਾ ਨਿਚੋੜ ਜਿਹੜਾ ਹੈ ਉਹ ਨਾਵੇਂ ਪਾਤਸ਼ਾਹ ਜੀ ਨੇ ਭੋਗ ਦੇ ਸ਼ਲੋਕਾਂ ਵਿੱਚ ਰੱਖਿਆ ਹੋਇਆ ਹੈ। ਮਾਨੋ ਕਿ ਇਹ ਅੰਤਕਾ ਦਰਜ ਕਰ ਦਿੱਤੀ ਹੈ ਸਤਿਗੁਰੂ ਗਰੀਬ ਨਿਵਾਜ ਜੀ ਨੇ। ਸੋ ਗੁਰੂ ਕੀ ਕਿਰਪਾ ਦੇ ਨਾਲ ਵਡਭਾਗੀ ਸੰਗਤਾਂ ਪਿਛਲੇ ਦਿਨਾਂ ਤੋਂ ਲੜੀਵਾਰ ਕਥਾ ਵਿਚਾਰ ਸਰਵਣ ਕਰਦੀਆਂ ਆ ਰਹੀਆਂ, ਔਰ ਅੱਜ ਗੁਰੂ ਕੀ ਕਿਰਪਾ ਨਾਲ ਜਿਨ੍ਹਾਂ ਦੋ ਸ਼ਲੋਕਾਂ ਦੀ ਆਪਾਂ ਵਿਚਾਰ ਕਰਨੀ ਹੈ, ਹੁਕਮਨਾਮੇ ਦੇ ਰੂਪ ਵਿੱਚ ਸਤਿਕਾਰਯੋਗ ਸਿੰਘ ਸਾਹਿਬ ਗ੍ਰੰਥੀ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਸੰਗਤਾਂ ਨੇ ਸਰਵਣ ਕੀਤੇ ਨੇ। ਗੁਰਬਾਣੀ ਦਾ ਇੱਕ ਪਰਮ ਪਵਿੱਤਰ ਬਚਨ ਹੈ ਕਿ ਜੋ ਵੀ ਜੀਵ ਸੰਸਾਰ ਦੇ ਵਿੱਚ ਆਇਆ ਹੈ, ਸੁਖ ਕਉ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ। ਹਰ ਕੋਈ ਸੁਖ ਮੰਗਦਾ ਹੈ, ਕਦੇ ਕੋਈ ਦੁੱਖ ਨਹੀਂ ਮੰਗਦਾ। ਜਿੰਨਾ ਵੀ ਆਪਾਂ ਯਤਨ ਕਰਦੇ ਹਾਂ ਸੁਖ ਦੀ ਪ੍ਰਾਪਤੀ ਵਾਸਤੇ ਕਰਦੇ ਹਾਂ। ਗੁਰੂ ਅੱਗੇ ਜੋ ਅਰਦਾਸਾਂ ਬੇਨਤੀਆਂ ਕਰਦੇ ਹਾਂ ਸੁਖ ਦੀ ਪ੍ਰਾਪਤੀ ਲਈ ਕਰਦੇ ਹਾਂ। ਦਾਤਿਆ ਸੁਖ ਰੱਖੀ, ਸੁਖ ਵਰਤਾਈ। ਕਦੇ ਦੁੱਖ ਤਾਂ ਨਹੀਂ ਮੰਗਿਆ, ਕਦੇ ਇਹ ਅਰਦਾਸ ਤਾਂ ਨਹੀਂ ਕੀਤੀ ਕਿ ਸਤਿਗੁਰੂ ਜੀ ਮੇਰੇ ਜੀਵਨ ਵਿੱਚ ਦੁੱਖ ਆਵੇ। ਨਹੀਂ ਨਾ ਮੰਗਦੇ, ਦੁੱਖ ਨਾ ਮੰਗੈ ਕੋਏ। ਦੁੱਖ ਨਹੀਂ ਕੋਈ ਮੰਗਦਾ, ਸੁਖ ਸਾਰੇ ਮੰਗਦੇ ਨੇ। ਪਰ ਫਿਰ ਵੀ ਜੀਵਨ ਅੰਦਰ ਸੁੱਖਾਂ ਦੇ ਨਾਲੋਂ ਦੁੱਖਾਂ ਦੀ ਬਹੁਲਤਾ ਹੈ, ਦੁੱਖ ਬਹੁਤੇ ਆਉਂਦੇ ਨੇ। ਜੀਵ ਦੀ ਹਾਲਤ ਦਾ ਵਰਣਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਲੋਕ ਦੇ ਵਿੱਚ ਕਰ ਰਹੇ ਨੇ। ਸ਼ਲੋਕ ਦੇ ਜਿਹੜੇ ਅੱਖਰੀ ਅਰਥ ਹਨ ਪਹਿਲਾਂ ਆਪਾਂ ਉਹ ਕਰ ਲਈਏ, ਫਿਰ ਇਹਨਾਂ ਦੀ ਵਿਆਖਿਆ ਜਿਹੜੀ ਵਿਸਥਾਰ ਹੈ ਉਹ ਦਾਸ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰੇਗਾ। ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਨ ਕਰਦੇ ਹਨ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਤਨ ਬਹੁਤ ਸੁਖ ਕੇ ਕੀਏ। ਪਹਿਲਾਂ ਸਾਡੀ ਸਧਾਰਨ ਸਮਝ ਵਿੱਚ ਆਉਣ ਵਾਲਾ ਤੇ ਸਾਡੇ ਵਰਤਾਰੇ ਵਾਲਾ ਅਰਥ ਹੈ, ਫਿਰ ਜੋ ਅਸਲ ਭਾਵਨਾ ਅਰਥ ਹੈ ਉਸ ਦੀ ਦਾਸ ਬੇਨਤੀ ਕਰੇਗਾ। ਮਨੁੱਖ ਨੇ ਯਤਨ ਬਹੁਤ ਸੁਖ ਕੇ ਕੀਏ। ਆਪਣੀ ਸੋਚ ਮੁਤਾਬਕ, ਆਪਣੀ ਸਮਝ ਦੇ ਮੁਤਾਬਕ ਸੁਖ ਦੀ ਪ੍ਰਾਪਤੀ ਦੇ ਅਨੇਕਾਂ ਯਤਨ ਕੀਤੇ। ਜਿੰਨੇ ਯਤਨ ਕੀਤੇ ਸੁਖ ਪ੍ਰਾਪਤ ਕਰਨ ਵਾਸਤੇ, ਸਰੀਰ ਦੀਆਂ ਖੇਚਲਾਂ ਝੱਲੀਆਂ, ਮਿਹਨਤ ਕੀਤੀ, ਮੁਸ਼ੱਕਤ ਕੀਤੀ, ਕਾਰੋਬਾਰ ਕੀਤਾ, ਕਿਰਤ ਕੀਤੀ, ਕੰਮ ਕਾਜ ਕੀਤਾ। ਕਾਹਦੇ ਲਈ? ਕਿ ਧਨ ਕਮਾਇਆ ਜਾਵੇ, ਪੈਸਾ ਕਮਾਇਆ ਜਾਵੇ। ਪੈਸਾ ਕਾਹਦੇ ਲਈ? ਉਹਦੇ ਨਾਲ ਦੁਨੀਆ ਦੀਆਂ ਸੁੱਖ ਸਹੂਲਤਾਂ ਮੈਂ ਪ੍ਰਾਪਤ ਕਰ ਸਕਾਂ, ਖਰੀਦ ਸਕਾਂ। ਚੰਗੇ ਬਸਤਰ ਚਾਹੀਦੇ ਨੇ, ਭੋਜਨ ਚਾਹੀਦਾ ਹੈ ਖਾਣ ਪੀਣ ਵਾਸਤੇ, ਰਹਿਣ ਵਾਸਤੇ ਘਰ ਮਕਾਨ ਚਾਹੀਦਾ ਹੈ, ਹੋਰ ਜ਼ਿੰਦਗੀ ਦੀਆਂ ਅਨੇਕ ਪ੍ਰਕਾਰ ਦੀਆਂ ਜ਼ਰੂਰਤਾਂ ਨੇ। ਉਹ ਜ਼ਰੂਰਤਾਂ ਦਾ ਸਾਮਾਨ ਜਿਹੜਾ ਹੈ ਉਹ ਖਰੀਦਣਾ ਹੈ, ਉਹ ਪ੍ਰਾਪਤ ਕਰਨਾ ਹੈ। ਤੇ ਉਸ ਸਭ ਕਾਸੇ ਵਾਸਤੇ ਧਨ ਦੀ, ਪੈਸੇ ਦੀ ਜ਼ਰੂਰਤ ਹੈ। ਪੈਸਾ ਕਮਾਉਣ ਵਾਸਤੇ ਮਿਹਨਤ ਮੁਸ਼ੱਕਤ ਕਰਨ ਦੀ ਲੋੜ ਪੈਂਦੀ ਹੈ। ਇਉਂ ਇਹ ਜਿੰਨੇ ਯਤਨ ਹਨ ਮਨੁੱਖ ਦੇ, ਇਹ ਸੁਖ ਪ੍ਰਾਪਤ ਕਰਨ ਵਾਸਤੇ ਨੇ। ਆਪੋ ਆਪਣੇ ਇਸ਼ਟ ਦੇਵ ਅੱਗੇ ਅਰਦਾਸਾਂ ਬੇਨਤੀਆਂ ਜੋਦੜੀਆਂ ਦੁਆਵਾਂ
ਉਹ ਸੁਖ ਦੀ ਪ੍ਰਾਪਤੀ ਵਾਸਤੇ ਨੇ। ਇਉਂ ਸੁਖ ਨੂੰ ਪ੍ਰਾਪਤ ਕਰਨ ਵਾਸਤੇ ਬਹੁਤ ਜ਼ਿਆਦਾ ਯਤਨ ਕੀਤੇ। ਦੁਖ ਕੋ ਕਿਉ ਨਾ ਕੋਏ। ਕਦੇ ਦੁੱਖ ਪ੍ਰਾਪਤ ਕਰਨ ਦਾ ਯਤਨ ਤਾਂ ਨਹੀਂ ਨਾ ਕਿਸੇ ਨੇ ਕੀਤਾ ਕਿ ਮੈਂ ਦੁਖੀ ਹੋਵਾਂ। ਜਿੰਨੇ ਯਤਨ ਨੇ ਸੁਖ ਦੀ ਪ੍ਰਾਪਤੀ ਵਾਸਤੇ ਕੀਤੇ ਜਾਂਦੇ ਨੇ। ਸੁਖ ਮਾਨਣ ਵਾਸਤੇ ਯਤਨ ਕਰਨਾ ਪੈਂਦਾ ਹੈ ਤੇ ਦੁੱਖ ਆਪਣੇ ਆਪ ਹੀ ਆਉਂਦਾ ਹੈ। ਦੁੱਖ ਪ੍ਰਾਪਤ ਕਰਨ ਲਈ ਕੋਈ ਯਤਨ ਨਹੀਂ ਕਰਨਾ ਪੈਂਦਾ। ਜੋ ਪੂਰਬਲੇ ਸਾਡੇ ਕਰਮ ਨੇ, ਤੁਧ ਦੁੱਖ ਸੁਖ ਨਾਲ ਲਿਖਾਇਆ ਲੇਖ ਕਰਤਾ ਲਿਖਿਆ। ਕਰਤੇ ਨੇ ਧੁਰੋਂ ਇਹ ਲੇਖ ਪਾਏ ਹੋਏ ਨੇ ਸਾਡੇ ਪੂਰਬਲੇ ਕੀਤੇ ਕਰਮਾਂ ਦੇ ਫਲ ਦੇ ਮੁਤਾਬਕ। ਦੁੱਖ ਬਹੁਤੇ ਆਉਂਦੇ ਨੇ। ਦੁੱਖ ਕੀਆਂ ਪੰਡਾ ਖੁੱਲੀਆਂ ਸੁਖ ਨਾ ਨਿਕਲਿਓ ਕੋਏ। ਦੁੱਖ ਮਹਿ ਜੀਓ ਜਲਾਇਆ ਦੁਖੀਆ ਚੱਲਿਆ ਰੋਏ। ਇਉਂ ਦੁੱਖਾਂ ਦੀ ਬਹੁਲਤਾ ਹੈ। ਸੁਖ ਦੀ ਪ੍ਰਾਪਤੀ ਲਈ ਯਤਨ ਕਰਨੇ ਪੈਂਦੇ ਨੇ। ਦੁੱਖ ਦੀ ਪ੍ਰਾਪਤੀ ਦਾ ਕੋਈ ਯਤਨ ਕਦੇ ਵਾਸਤੇ ਨਹੀਂ ਕਰਨਾ ਪੈਂਦਾ। ਕਹੋ ਨਾਨਕ ਸੁਨ ਰੇ ਮਨਾ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਸਮਝਾਉਂਦੇ ਨੇ ਕਿ ਐ ਮਨਾ, ਆਪਣੇ ਮਨ ਨੂੰ ਆਪਾਂ ਸਮਝਾਈਏ। ਐ ਮਨਾ, ਐ ਮਨੁੱਖ, ਐ ਇਨਸਾਨ, ਐ ਪਿਆਰਿਆ, ਸੁਣਨਾ ਕਰ ਗੁਰੂ ਕੇ ਬਚਨ ਨੂੰ। ਹਰ ਭਾਵੈ ਸੋ ਹੋਏ। ਭਾਈ ਹੁੰਦਾ ਉਹ ਹੈ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਭਾਉਂਦਾ ਹੈ। ਜੋ ਉਸ ਪਰਮ ਪਰਮਾਤਮਾ ਪਿਆਰੇ ਵਾਹਿਗੁਰੂ ਨੂੰ ਚੰਗਾ ਲੱਗਦਾ ਉਹ ਹੋਣਾ ਹੈ। ਉਹ ਜਾਣਦਾ ਹੈ ਕਿ ਸਾਨੂੰ ਉਸਨੇ ਕਿਸ ਹਾਲ ਦੇ ਵਿੱਚ ਰੱਖਣਾ ਹੈ। ਬੜਾ ਇੱਕ ਸੁੰਦਰ ਬਚਨ ਹੈ ਸਤਿਗੁਰੂ ਜੀ ਦਾ ਗੁਰਬਾਣੀ ਦੇ ਵਿੱਚ ਕਿ ਕਦੇ ਤਾਂ ਮਨੁੱਖ ਨੂੰ ਕਬਹੂ ਖੀਰ ਖਾਂਡ ਘੀਓ ਨਾ ਭਾਵੈ। ਕਬਹੂ ਘਰ ਘਰ ਟੂਕ ਮਗਾਵੈ, ਕਬਹੂ ਕੂਰ ਨਚਨੇ ਬਿਨਾਵੈ। ਕਦੇ ਤਾਂ ਪ੍ਰਮਾਤਮਾ ਨੇ ਸੁਖ ਐਸਾ ਬਖਸ਼ਿਆ ਕਿ ਖੀਰਾਂ ਬਣੀਆਂ ਨੇ, ਖੰਡ ਵਿੱਚ ਪਈ ਹੋਈ ਹੈ, ਘਿਓ ਪਿਆ ਹੋਇਆ ਹੈ। ਘਿਓ ਖੰਡ ਇਤਿਆਦਿਕ ਨੂੰ ਮਿਲਾ ਕੇ ਬੜੀਆਂ ਬੜੀਆਂ ਮਿਠਾਈਆਂ ਬਣੀਆਂ ਨੇ, ਬੜੇ ਕੀਮਤੀ ਪਦਾਰਥ ਬਣੇ ਨੇ। ਖਾ ਖਾ ਕੇ ਮਨੁੱਖ ਅੱਕਿਆ ਪਿਆ, ਹੁਣ ਚੰਗੇ ਨਹੀਂ ਲੱਗਦੇ, ਮੂੰਹ ਹੀ ਮੁੜ ਗਿਆ ਉਹਨਾਂ ਦੇ ਵੱਲੋਂ। ਕਬਹੂ ਖੀਰ ਖਾਂਡ ਘੀਓ ਨਾ ਭਾਵੈ। ਕਦੀ ਉਹ ਵਧੀਆ ਤੋਂ ਵਧੀਆ ਪਦਾਰਥ ਵੀ ਚੰਗੇ ਨਹੀਂ ਲੱਗਦੇ, ਖਾਣ ਦੀ ਰੁਚੀ ਨਹੀਂ, ਪਏ ਰਹਿੰਦੇ ਨੇ। ਤੇ ਕਬਹੂ ਘਰ ਘਰ ਟੂਕ ਮੰਗਾਵੈ। ਕਦੇ ਉਹ ਸਮਾਂ ਵੀ ਆ ਜਾਂਦਾ ਜਦੋਂ ਵਾਹਿਗੁਰੂ ਘਰ ਘਰ ਵਿੱਚੋਂ ਟੁੱਕਰ ਮੰਗਾਉਂਦਾ ਹੈ। ਸੁੱਕੇ ਟੁੱਕਰ ਘਰ ਘਰ ਵਿੱਚੋਂ ਮੰਗ ਕੇ ਖਾਣੇ ਪੈਂਦੇ ਨੇ, ਭਿੱਖਿਆ ਮੰਗ ਕੇ ਖਾਣੀ ਪੈਂਦੀ ਹੈ। ਤੇ ਕਦੇ ਐਸਾ ਸਮਾਂ ਵੀ ਆ ਜਾਂਦਾ ਕਿ ਕਬਹੂ ਕੂਰਨ ਚਨੇ ਬਣਾਵੈ। ਕਦੀ ਕੂੜੇ ਦੇ ਢੇਰ ਵਿੱਚੋਂ ਚਣੇ, ਅਨਾਜ, ਦਾਣੇ ਜਿਹੜੇ ਉਹ ਚੁਗਾ ਦਿੰਦਾ। ਆ ਆਪਾਂ ਗਰੀਬ ਵਿਚਾਰੇ ਵੇਖਦੇ ਹੀ ਆ ਨਾ, ਕੂੜੇ ਦੇ ਢੇਰ ਵਿੱਚੋਂ ਅਨਾਜ ਲੱਭਦੇ ਫਿਰਦੇ ਹੁੰਦੇ ਨੇ, ਕੁਝ ਖਾਣ ਲਈ ਮਿਲ ਜਾਵੇ। ਇਹ ਪ੍ਰਮਾਤਮਾ ਦੀ ਬਣਤਰ ਹੈ। ਜਿਉਂ ਰਾਮ ਰਾਖੈ ਤਿਉਂ ਰਹੀਐ ਰੇ ਭਾਈ। ਜਿਵੇਂ ਉਹ ਪ੍ਰਮਾਤਮਾ ਰੱਖਦਾ ਉਵੇਂ ਰਹਿਣਾ ਹੀ ਪੈਂਦਾ ਹੈ। ਸੋ ਕਬਹੂ ਖਾਟ ਸਫੇਦੀ ਸਵਾਵੈ, ਕਬਹੂ ਭੂਮ ਪੈ ਆਰ ਨਾ ਪਾਵੈ। ਕਦੇ ਤਾਂ ਬੜੇ ਬੜੇ ਵਧੀਆ ਪਲੰਗ ਨੇ, ਬੜੇ ਕੀਮਤੀ ਬੈੱਡ ਬਣੇ ਨੇ, ਉਹਨਾਂ ਤੇ ਕੀਮਤੀ ਵਿਛਾਉਣੇ ਗਦੇਲੇ ਵਿਛੇ ਹੋਏ ਨੇ, ਉਹਨਾਂ ਤੇ ਜੀਵ ਸੌਂਦਾ ਹੈ, ਆਨੰਦ ਮਾਣਦਾ ਹੈ। ਤੇ ਕਦੇ ਭੁੰਜੇ ਸੌਣ ਵਾਸਤੇ ਪਰਾਲੀ ਵਗੈਰਾ ਵੀ ਨਹੀਂ ਲੱਭਦੀ। ਇਉਂ ਇਹ ਸਮਾਂ ਜਿਹੜਾ ਹੈ ਇਕਸਾਰ ਨਹੀਂ ਰਹਿੰਦਾ। ਤੇ ਉਹ ਪ੍ਰਮਾਤਮਾ ਨੂੰ ਪਤਾ ਹੈ ਕਿ ਜੀਵ ਨੂੰ ਕਿਸ ਹਾਲ ਵਿੱਚ ਵਾਹਿਗੁਰੂ ਨੇ ਰੱਖਣਾ ਹੈ। ਕਬਹੂ ਕਬਹੂ ਬਾਜ ਹਾਥ, ਬਾਜ ਤੇ ਨਗਾਰੇ ਸਾਥ। ਸੋ ਕਬਹੂ ਪਾਏ ਪਿਆਦੇ ਬੋਝ ਸੀਸ ਸਹੀਏ। ਕਦੇ ਤਾਂ ਜੀਵਨ ਵਿੱਚ ਐਸਾ ਸਮਾਂ ਆਉਂਦਾ ਹੈ ਕਿ ਘੋੜੇ ਤੇ ਮਨੁੱਖ ਅਸਵਾਰ ਹੈ, ਬਾਜ ਹੱਥ ਦੇ ਵਿੱਚ ਹੈ, ਨਗਾਰੇ ਨਾਲ ਵੱਜਦੇ ਜਾਂਦੇ ਨੇ, ਬੜੀ ਚਕਾ ਚੌਂਦ ਹੈ, ਬੜੀ ਜੈ ਜੈਕਾਰ ਹੈ, ਜਿੱਧਰ ਚੱਲਦਾ ਲੋਕੀ ਨਾਲ ਉੱਠ ਕੇ ਤੁਰਦੇ ਨੇ। ਤੇ ਕਦੇ ਪੈਦਲ ਤੁਰ ਕੇ ਜਾਣਾ ਪੈਂਦਾ, ਉਹ ਵੀ ਸਿਰ ਤੇ ਬੋਝ ਚੁੱਕ ਕੇ, ਭਾਰ ਚੁੱਕ ਕੇ। ਕਬਹੂ ਕਬਹੂ ਬਾਜ ਹਾਥ, ਬਾਜ ਤੇ ਨਗਾਰੇ ਸਾਥ। ਕਬਹੂ ਪਾਏ ਪਿਆਦੇ ਬੋਝ ਸੀਸ ਸਹੀਏ। ਕਬਹੂ ਖੀਰ ਖਾਂਡ ਮਿਠਾਈ, ਮੇਵਾ ਕੀ ਨਾ ਰੁਚ ਹੋਤ। ਕਦੇ ਖੀਰ ਖੰਡ ਮਠਿਆਈਆਂ ਮੇਵੇ ਇਤਿਆਦਿਕ ਪਏ ਰਹਿੰਦੇ ਨੇ, ਇਹਨਾਂ ਨੂੰ ਖਾਣ ਦੀ ਰੁਚੀ ਹੀ ਨਹੀਂ। ਕਬਹੂ ਏਕ ਮੁੱਠੀ ਅਨਾਜ ਕੀ ਨਾ ਲਹੀਏ। ਕਦੇ ਇਹੋ ਜਿਹਾ ਵੇਲਾ ਆਉਂਦਾ ਹੈ ਕਿ ਖਾਣ ਲਈ ਅਨਾਜ ਦੀ ਇੱਕ ਮੁੱਠ ਪ੍ਰਾਪਤ ਨਹੀਂ ਹੁੰਦੀ, ਰੋਟੀ ਦੀ ਇੱਕ ਬੁਰਕੀ ਨਹੀਂ ਮਿਲਦੀ। ਸੋ ਇਸ ਪ੍ਰਕਾਰ ਕਬਹੂ ਨਿਜ ਦੁਆਰ ਪਰ ਭਿਖਾਰੀਨ ਕੀ ਭੀੜ ਹੋਤ।
ਕਦੇ ਤਾਂ ਇੰਨੀ ਅਮੀਰੀ ਹੈ ਤੇ ਇੰਨਾ ਸਖੀ ਸੁਭਾਅ ਕਿ ਆਪਣੇ ਦਰਵਾਜ਼ੇ ਤੇ ਮੰਗਣ ਵਾਲਿਆਂ ਦੀ ਭੀੜ ਲੱਗੀ ਪਈ ਹੈ, ਇੰਨਾ ਵੰਡ ਰਹੇ ਆ, ਇੰਨਾ ਵਰਤਾ ਰਹੇ ਆ, ਇੰਨੀ ਭਿੱਖਿਆ ਦੇ ਰਹੇ ਆ, ਮੁੱਕਦਾ ਹੀ ਨਹੀਂ। ਤੇ ਕਬਹੂ ਨਿਜ ਦੁਆਰ ਪਰ ਆਪ ਜਾਤ ਬਈਏ। ਕਦੇ ਇਹੋ ਜਿਹਾ ਮੌਕਾ ਆ ਜਾਂਦਾ ਕਿ ਆਪ ਕਿਸੇ ਦੇ ਦਰਾਂ ਮੂਹਰੇ ਬਹਿਣਾ ਪੈਂਦਾ ਕਿ ਕੁਝ ਮਿਲ ਜਾਵੇ। ਛੋਡੀਏ ਨਾ ਹਿੰਮਤ, ਵਿਸਾਰੀਏ ਨਾ RAM ਨਾਮ, ਜਾਹੂ ਬਿਦ ਰਾਖੇ RAM ਤਾਹੂ ਬਿਦ ਰਹੀਏ। ਹਿੰਮਤ ਨਾ ਛੱਡੀਏ, ਵਾਹਿਗੁਰੂ ਦਾ ਨਾਮ ਨਾ ਭੁਲਾਈਏ। ਭਾਈਓ ਵਾਹਿਗੁਰੂ ਜਿਵੇਂ ਰੱਖਦਾ ਉਵੇਂ ਰਹਿਣਾ ਕਰੀਏ। ਹਰ ਭਾਵੈ ਸੋ ਹੋਏ। ਲੱਖਾਂ ਯਤਨ ਸੁਖਾਂ ਦੇ ਕਰ ਲਏ ਜਾਣ, ਪਰ ਜੇ ਵਾਹਿਗੁਰੂ ਨੇ ਸੁਖ ਨਹੀਂ ਦੇਣਾ ਤਾਂ ਉਹ ਲੱਖਾਂ ਜਿਹੜੇ ਯਤਨ ਨੇ ਉਹ ਵਿਅਰਥ ਹੀ ਚਲੇ ਜਾਣਗੇ, ਸਗੋਂ ਪਰੇਸ਼ਾਨ ਹੀ ਹੋਣਾ ਪਵੇਗਾ। ਦੁੱਖਾਂ ਤੋਂ ਬਚਣ ਦੇ ਯਤਨ ਭਾਵੇਂ ਲੱਖਾਂ ਕਰ ਲਈਏ, ਪਰ ਜੇ ਦੁੱਖ ਪਰਮਾਤਮਾ ਦੇ ਵੱਲੋਂ ਸਾਡੇ ਕਰਮਾਂ ਮੁਤਾਬਕ ਸਾਨੂੰ ਮਿਲਣਾ ਹੈ, ਉਹ ਮਿਲਣਾ ਹੀ ਮਿਲਣਾ ਹੈ। ਤੇ ਜੇ ਦੁੱਖ ਸਾਡੀ ਕਰਮਾਂ ਵਿੱਚ, ਸਾਡੀ ਕਿਸਮਤ ਵਿੱਚ, ਸਾਡੀ ਤਕਦੀਰ ਵਿੱਚ ਨਹੀਂ, ਤਾਂ ਫੇਰ ਭਾਵੇਂ ਦੁੱਖ ਦੇਣ ਦੇ ਕੋਈ ਲੱਖਾਂ ਯਤਨ ਕਰ ਲਵੇ, ਨਹੀਂ ਦੁੱਖ ਨੇੜੇ ਆ ਸਕਦਾ। ਹਰ ਭਾਵੈ ਸੋ ਹੋਏ। ਹੁੰਦਾ ਉਹ ਹੈ ਜੋ ਅਕਾਲ ਪੁਰਖ ਵਾਹਿਗੁਰੂ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ। ਹੁਣ ਥੋੜੀ ਜਿਹੀ ਵਿਚਾਰ ਕਰੀਏ, ਮਨੁੱਖ ਕੀ ਕਰਦਾ ਹੈ, ਕੀ ਨਹੀਂ ਕਰਨਾ ਚਾਹੀਦਾ, ਕੀ ਕਰਨਾ ਚਾਹੀਦਾ ਹੈ। ਸਧਾਰਨ ਜਿਹਾ ਅਰਥ ਤਾਂ ਆਪਣੀ ਸਮਝ ਵਿੱਚ ਆਉਣ ਵਾਲਾ ਇਹੀ ਹੈ ਕਿ ਸੁੱਖਾਂ ਦੀ ਪ੍ਰਾਪਤੀ ਦੇ ਯਤਨ ਤਾਂ ਬਥੇਰੇ ਕੀਤੇ, ਦੁੱਖ ਪ੍ਰਾਪਤ ਕਰਨ ਦਾ ਕਦੇ ਕੋਈ ਯਤਨ ਨਹੀਂ ਕੀਤਾ। ਪਰ ਅਸਲ ਵਿੱਚ ਇਸ ਸ਼ਬਦ ਦਾ ਜਿਹੜਾ ਭਾਵ ਹੈ ਉਹ ਇਦਾਂ ਹੈ ਕਿ ਯਤਨ ਬਹੁਤ ਸੁੱਖ ਕੇ ਕੀਏ। ਜਿੰਨੀ ਕੁ ਮਨੁੱਖ ਦੀ ਬੁੱਧ ਹੈ, ਜਿੰਨੀ ਕੁ ਸਮਝ ਹੈ, ਆਪਣੀ ਸਮਝ ਮੁਤਾਬਕ ਸੁੱਖ ਪ੍ਰਾਪਤ ਕਰਨ ਦੇ, ਸੁੱਖ ਮਾਨਣ ਦੇ ਬੜੇ ਯਤਨ ਕੀਤੇ, ਪਰ ਦੁੱਖ ਕੋ ਕੀਓ ਨਾ ਕੋਏ। ਜਿਹੜਾ ਦੁੱਖ ਸੀ ਜੀਵਨ ਅੰਦਰ, ਉਹਨੂੰ ਨਿਵਰਤ ਕਰਨ ਦਾ ਕੋਈ ਯਤਨ ਨਹੀਂ ਕੀਤਾ। ਦੁੱਖ ਦਾ ਕਾਰਨ ਮਿਟਾਉਣ ਦਾ ਯਤਨ ਨਹੀਂ ਕੀਤਾ। ਦੁੱਖ ਨਿਵਰਤ ਹੋਵੇ, ਦੁੱਖ ਖਤਮ ਹੋਵੇ, ਦੁੱਖ ਦਾ ਕਾਰਨ ਮਿਟੇ, ਤਾਂ ਹੀ ਜੀਵਨ ਅੰਦਰ ਸੁਖ ਆਵੇ। ਸੁਖ ਦੀ ਪ੍ਰਾਪਤੀ ਲਈ ਯਤਨ ਕਰੀ ਜਾਂਦੇ ਆ, ਦੁੱਖ ਨੂੰ ਖਤਮ ਕਰਨ ਦਾ ਯਤਨ ਕੀਤਾ ਹੀ ਕੋਈ ਨਹੀਂ, ਤਾਂ ਸੁਖ ਆਵੇ ਕਿਵੇਂ? ਮਨੁੱਖ ਦੇ ਚਮੜੀ ਵਿੱਚ, ਮਾਸ ਵਿੱਚ ਕਹਿ ਲਈਏ ਕਿ ਕੰਡਾ ਚੁਭਿਆ ਹੈ, ਪੀੜ ਹੋ ਰਹੀ ਹੈ, ਜ਼ਖਮ ਜਿਹਾ ਬਣ ਗਿਆ ਹੈ, ਕੰਡੇ ਨੂੰ ਤਾਂ ਬਾਹਰ ਕੱਢਦਾ ਹੀ ਨਹੀਂ ਤੇ ਉੱਤੇ ਪੱਟੀਆਂ ਕਰੀ ਜਾਂਦਾ ਤੇ ਦਵਾਈ ਖਾਈ ਜਾਂਦਾ। ਸੁਖ ਦਾ ਯਤਨ ਹੈ ਨਾ, ਮੇਰਾ ਦਰਦ ਹਟ ਜਾਵੇ, ਮੇਰੀ ਪੀੜ ਹਟ ਜਾਵੇ। ਕੰਡਾ ਤਾਂ ਅੰਦਰ ਹੀ ਹੈ, ਉਹ ਤਾਂ ਬਾਹਰ ਕੱਢਿਆ ਹੀ ਨਹੀਂ, ਪੱਟੀਆਂ ਕਰੀ ਜਾਂਦਾ, ਦਵਾਈਆਂ ਖਾਈ ਜਾਂਦਾ। ਕੀ ਬਣੇਗਾ? ਨਹੀਂ, ਉਹ ਦਰਦ ਨਹੀਂ ਮਿਟੇਗਾ ਜਿੰਨਾ ਚਿਰ ਦੁੱਖ ਦਾ ਕਾਰਨ ਉਹ ਕੰਡਾ ਅੰਦਰੋਂ ਬਾਹਰ ਨਾ ਕੱਢਿਆ ਗਿਆ। ਇਸੇ ਤਰ੍ਹਾਂ ਜਿੰਨਾ ਸਾਡੇ ਦੁੱਖਾਂ ਦਾ ਮੂਲ ਕਾਰਨ ਹੈ, ਜਦੋਂ ਉਸ ਕਾਰਨ ਨੂੰ ਆਪਾਂ ਪਾਸੇ ਨਹੀਂ ਕਰਦੇ, ਉਹਦੇ ਤੋਂ ਆਪਣਾ ਖਹਿੜਾ ਨਹੀਂ ਛਡਾਉਂਦੇ, ਉਹਨਾਂ ਚਿਰ ਸੁੱਖ ਦੀ ਪ੍ਰਾਪਤੀ ਦੇ ਅਨੇਕਾਂ ਯਤਨ ਜਿਹੜੇ ਨੇ ਉਹ ਕਿਹੜੇ ਕੰਮ ਆਉਣੇ ਨੇ? ਦੁੱਖਾਂ ਦਾ ਕਾਰਨ ਕੀ ਹੈ? ਮਹਾਰਾਜ ਕਹਿੰਦੇ ਨੇ, ਜਿਨ ਕੀਤਾ ਤਿਸੈ ਨਾ ਜਾਣੀ ਅੰਧਾ, ਤਾਂ ਦੁੱਖ ਸਹਿ ਪ੍ਰਾਣੀਆਂ। ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ, ਅਗਿਆਨ ਵਿੱਚ ਅੰਨਾ ਜੀਵ ਉਸ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ, ਉਹਨੂੰ ਯਾਦ ਨਹੀਂ ਕਰਦਾ, ਤਾਂ ਕਰਕੇ ਇਸ ਪ੍ਰਾਣੀ ਨੂੰ ਦੁੱਖ ਭੋਗਣੇ ਪੈਂਦੇ ਨੇ। ਭਾਵ ਕਿ ਵਾਹਿਗੁਰੂ ਦੀ ਯਾਦ ਦਾ ਭੁੱਲਣਾ, ਵਾਹਿਗੁਰੂ ਨੂੰ ਵਿਸਾਰਨਾ, ਵਾਹਿਗੁਰੂ ਤੋਂ, ਗੁਰੂ ਤੋਂ ਬੇਮੁਖ ਹੋਣਾ, ਇਹ ਸਾਡੇ ਦੁੱਖਾਂ ਦਾ ਮੂਲ ਕਾਰਨ ਹੈ। ਇਸ ਕਾਰਨ ਨੂੰ ਤਾਂ ਆਪਾਂ ਫੜਦੇ ਨਹੀਂ, ਇਹ ਕਾਰਨ ਤਾਂ ਪਾਸੇ ਨਹੀਂ ਕਰਦੇ ਤੇ ਸੁਖ ਲੱਭਦੇ ਫਿਰਦੇ ਆ। ਮਹਾਰਾਜ ਕਹਿੰਦੇ ਨਹੀਂ, ਸੁਖ ਨਾਹੀ ਰੇ ਹਰ ਭਗਤ ਬਿਨਾ। ਵਾਹਿਗੁਰੂ ਦੀ ਭਗਤੀ ਤੋਂ ਬਿਨਾ ਪ੍ਰੇਮੀਆਂ ਕਦੇ ਸੁਖ ਨਹੀਂ ਮਿਲਣਾ, ਭਾਵੇਂ ਲੱਖਾਂ ਯਤਨ ਤੋਂ ਸੁਖਾਂ ਦੀ ਪ੍ਰਾਪਤੀ ਦੇ ਕਰ ਲੈ। ਤੇ ਕਈ ਵਾਰ ਗੁਰੂ ਕੇ ਇਸ ਬਚਨ ਤੋਂ ਸਾਡੇ ਮਨ ਅੰਦਰ ਸ਼ੰਕਾ ਆ ਸਕਦਾ, ਇੱਕ ਸਵਾਲ ਖੜਾ ਹੋ ਸਕਦਾ ਹੈ ਕਿ ਦੁਨੀਆ ਤੇ ਅਨੇਕਾਂ ਲੋਕ ਐਸੇ ਦਿਖਾਈ ਦਿੰਦੇ ਨੇ ਜਿਨ੍ਹਾਂ ਦੇ ਕੋਲ ਸੁੱਖ ਸਹੂਲਤਾਂ ਬੜੀਆਂ ਮੌਜੂਦ ਨੇ, ਧਨ ਦੌਲਤ ਦੀ ਕਮੀ ਕੋਈ ਨਹੀਂ, ਔਰ ਇਉਂ ਲੱਖਾਂ ਕਰੋੜਾਂ ਦਾ ਵਪਾਰ ਹਰ ਰੋਜ਼ ਦਾ ਪਿਆ ਚੱਲਦਾ ਹੈ। ਹਰ ਪ੍ਰਕਾਰ ਦੀਆਂ ਮਹਿੰਗੀਆਂ ਤੋਂ ਮਹਿੰਗੀਆਂ ਕਾਰਾਂ, ਵਧੀਆ ਤੋਂ ਵਧੀਆ ਬੰਗਲੇ, ਘਰ, ਧੌਲਰ, ਬੜਾ ਸੁੱਖਾਂ ਦਾ ਸਮਾਨ ਉਹਨਾਂ ਕੋਲ ਮੌਜੂਦ ਹੈ, ਤੇ ਭਗਤੀ ਦਾ ਤੇ ਉਹਨਾਂ ਨੂੰ ਪਤਾ ਹੀ ਨਹੀਂ ਕੀ ਹੁੰਦੀ ਹੈ। ਮਹਾਰਾਜ ਤਾਂ ਕਹਿੰਦੇ, ਸੁਖ ਨਾਹੀ ਰੇ ਹਰ ਭਗਤ ਬਿਨਾ। ਉਹਨਾਂ ਨੇ ਭਗਤੀ ਕੀਤੀ ਕਦੇ ਨਹੀਂ, ਨਾਮ ਜਪਿਆ ਕੋਈ ਨਹੀਂ, ਬਲਕਿ ਇੱਥੋਂ ਤੱਕ ਕਿ ਕਈ ਲੋਕ ਤਾਂ ਹੈ ਹੀ ਨਾਸਤਿਕ, ਰੱਬ ਦੀ ਹੋਂਦ ਤੋਂ ਹੀ ਇਨਕਾਰੀ।
ਤੇ ਸੁੱਖਾਂ ਦਾ ਸਮਾਨ ਉਹਨਾਂ ਕੋਲੇ ਵਾਧੂ ਮੌਜੂਦ ਹੈ, ਸੁੱਖਾਂ ਵਿੱਚ ਜੀਵਨ ਬੀਤ ਰਿਹਾ ਹੈ। ਇਹ ਗੱਲ ਕਿਵੇਂ ਬਣਦੀ ਹੈ? ਗੁਰੂ ਕਾ ਬਚਨ ਹੈ ਸੁਖ ਨਾਹੀ ਰੇ, ਹਰ ਭਗਤ ਬਿਨਾ ਭਗਤੀ ਬਿਨਾ ਸੁਖ ਨਹੀਂ। ਪਰ ਸਾਧ ਸੰਗਤ ਜੀ, ਗੁਰਬਾਣੀ ਸਦਾ ਸੱਚ ਹੈ, ਗੁਰਬਾਣੀ ਅਟਲ ਹੈ, ਗੁਰਬਾਣੀ ਕਦੇ ਵੀ ਗਲਤ ਨਹੀਂ। ਭਗਤੀ ਬਿਨਾ ਸੁਖ ਕਦਾਚਿਤ ਵੀ ਪ੍ਰਾਪਤ ਨਹੀਂ ਹੋ ਸਕਣਾ। ਉਸ ਜਿਹੜੇ ਸੁਖ ਦੀ ਗੱਲ ਗੁਰੂ ਕੀ ਬਾਣੀ ਨੇ ਕੀਤੀ ਹੈ ਉਹ ਹੈ ਅੰਦਰ ਦਾ ਸੁਖ। ਤੇ ਮੈਂ ਅਕਸਰ ਹੀ ਇਹ ਬੇਨਤੀ ਕਰਦਾ ਹੁੰਦਾ ਕਿ ਜਿਹੜਾ ਬਾਹਰੀ ਤੌਰ ਤੇ ਸੁਖੀ ਨਜ਼ਰ ਆਉਂਦਾ ਹੈ ਉਹ ਵਾਕਿਆ ਹੀ ਸੁਖੀ ਹੋਵੇ, ਉਹਦੇ ਅੰਦਰ ਵੀ ਸੁਖ ਵਸਦਾ ਹੋਵੇ, ਇਹ ਕੋਈ ਗਾਰੰਟੀ ਨਹੀਂ, ਇਹ ਕੋਈ ਜ਼ਰੂਰੀ ਨਹੀਂ। ਸਤਘਰਾ ਨਾਮ ਦਾ ਇੱਕ ਪਿੰਡ ਹੈ, ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਪਹੁੰਚੇ ਨੇ। ਇੱਕ ਸੇਠ ਹੈ, ਦੁਕਾਨ ਤੇ ਬੈਠਾ ਹੋਇਆ, ਗਦੇਲਾ ਲੱਗਾ ਹੈ। ਇੱਕ ਸੇਵਾਦਾਰ ਨੌਕਰ ਉਹਨੂੰ ਪੱਖੀ ਪਿਆ ਝੱਲਦਾ ਹੈ। ਹੋਰ ਜਿਹੜੇ ਨੌਕਰ ਚਾਕਰ ਨੇ ਆਏ ਗਾਹਕਾਂ ਨੂੰ ਸੌਦਾ ਦੇਣ ਵਾਸਤੇ ਰੱਖੇ ਨੇ, ਉਹ ਸੌਦਾ ਦੇਈ ਜਾਂਦੇ ਨੇ ਤੇ ਪੈਸੇ ਪਕੜ ਪਕੜ ਉਹ ਸੇਠ ਆਪਣੇ ਗੱਲੇ ਵਿੱਚ, ਆਪਣੀ ਗੋਲਕ ਵਿੱਚ ਪਾਈ ਜਾਂਦਾ ਹੈ। ਭਾਈ ਮਰਦਾਨਾ ਜੀ ਵੇਖ ਕੇ ਕਹਿੰਦੇ, ਸਤਿਗੁਰੂ, ਕੋਈ ਪੂਰਬਲੇ ਕਰਮ ਵਿੱਚ ਬੜੇ ਚੰਗੇ ਕਰਮ ਕੀਤੇ ਹੋਣਗੇ ਪੂਰਬਲੇ ਜਨਮ ਵਿੱਚ ਇਸ ਸੇਠ ਨੇ, ਕਿੰਨਾ ਸੁਖ ਇਹਨੂੰ ਜੀਵਨ ਵਿੱਚ ਮਿਲ ਰਿਹਾ ਹੈ। ਸੇਵਾਦਾਰ ਨੌਕਰ ਚਾਕਰ ਸੇਵਾ ਵਿੱਚ ਹਾਜ਼ਰ ਨੇ, ਕੋਈ ਪੱਖਾ ਚੱਲ ਰਿਹਾ, ਕੋਈ ਮੁੱਠੀ ਚਾਪੀ ਕਰਦਾ ਹੈ, ਗਦੇਲਾ ਲੱਗਾ ਬੈਠਾ ਹੈ ਬੜੇ ਆਰਾਮ ਨਾਲ, ਕਿੰਨਾ ਸੁਖੀ ਹੈ। ਮਹਾਰਾਜ ਕਹਿਣ ਲੱਗੇ, ਮਰਦਾਨਿਆ, ਕੋਈ ਜ਼ਰੂਰੀ ਤਾਂ ਨਹੀਂ ਜਿਹੜਾ ਬਾਹਰੋਂ ਸੁਖੀ ਨਜ਼ਰ ਆਉਂਦਾ ਉਹ ਅੰਦਰੋਂ ਵੀ ਸੁਖੀ ਹੋਵੇ, ਉਹ ਵਾਕਿਆ ਹੀ ਸੁਖੀ ਹੋਵੇ। ਮਹਾਰਾਜ ਇਹ ਕੈਸਾ ਬਚਨ ਕਰਦੇ ਹੋ? ਸਤਿਗੁਰੂ ਕਹਿੰਦੇ, ਜਾ ਪੁੱਛਿਆ, ਆਪ ਹੀ ਜਾ ਕੇ ਪਤਾ ਕਰ ਲੈ। ਚਲੇ ਗਏ ਮਰਦਾਨਾ ਜੀ ਤੇ ਸੇਠ ਦੇ ਨਾਲ ਸਹਿਜ ਸੁਭਾਅ ਇਹ ਬਚਨ ਕਰਦੇ ਨੇ ਕਿ ਸੇਠ ਜੀ, ਬੜੇ ਰੱਬ ਨੇ ਕਿਰਪਾ ਕੀਤੀ, ਬੜੇ ਤੁਹਾਡੇ ਪੂਰਬਲੇ ਕਰਮ ਚੰਗੇ, ਇੰਨੇ ਸੁੱਖ ਤੁਹਾਨੂੰ ਮਿਲ ਰਹੇ ਨੇ। ਹੁਣ ਕਿਉਂਕਿ ਭਾਈ ਮਰਦਾਨਾ ਜੀ ਦਾ ਲਿਬਾਸ ਮਹਾਤਮਾ ਵਾਲਾ, ਫਕੀਰਾਂ ਵਾਲਾ ਹੈ ਨਾ, ਇੱਕ ਰੱਬ ਦੇ ਫਕੀਰ ਜਾਣ ਕੇ ਉਹ ਸੇਠ ਰੋ ਪਿਆ ਭਾਈ ਮਰਦਾਨਾ ਜੀ ਅੱਗੇ, ਭੁੱਬਾਂ ਮਾਰ ਰੋ ਪਿਆ। ਐ ਫਕੀਰ ਜੀ, ਐ ਮਹਾਤਮਾ ਜੀ, ਤੁਸੀਂ ਕਹਿੰਦੇ ਹੋ ਮੈਂ ਸੁਖੀ ਹਾਂ, ਮੈਂ ਕਹਿੰਦਾ ਮੇਰੇ ਜਿੰਨਾ ਇਸ ਸੰਸਾਰ ਤੇ ਦੁਖੀ ਕੋਈ ਨਹੀਂ ਹੋਣਾ ਚਾਹੀਦਾ, ਸ਼ਾਇਦ ਕੋਈ ਵੀ ਮੇਰੇ ਵਰਗਾ ਦੁਖੀ ਨਾ ਹੋਵੇ ਸੰਸਾਰ ਦੇ ਵਿੱਚ। ਹੈਰਾਨ ਹੋ ਗਏ ਭਾਈ ਮਰਦਾਨਾ ਜੀ, ਸੇਠ ਤੈਨੂੰ ਕੀ ਦੁੱਖ ਹੈ? ਸੋ ਇੰਨੇ ਸੁੱਖ ਤੈਨੂੰ ਮਿਲ ਰਹੇ ਨੇ, ਇੰਨਾ ਆਰਾਮ ਮਿਲ ਰਿਹਾ ਹੈ, ਤੈਨੂੰ ਦੁੱਖ ਕਾਹਦਾ? ਰੋ ਰੋ ਕੇ ਆਪਣੇ ਦਿਲ ਦਾ ਜਿਹੜਾ ਹਾਲ ਸੀ ਔਰ ਜਿਹੜਾ ਦੁੱਖ ਚੰਬੜਿਆ ਹੋਇਆ ਸੀ ਉਹ ਸੇਠ ਨੇ ਭਾਈ ਮਰਦਾਨਾ ਜੀ ਨੂੰ ਸੁਣਾਇਆ। ਆਪਣੇ ਘਰੇਲੂ ਮਾਹੌਲ ਕਰਕੇ ਬਹੁਤਾ ਦੁਖੀ ਸੀ ਔਰ ਹੈ ਵੀ ਦੁੱਖ ਸ਼ਰਮਿੰਦਗੀ ਭਰਿਆ ਸੀ। ਰਹੋ ਵਿਚਾਰ ਲੰਮੀ ਵਾਰਤਾ ਹੈ। ਤੇ ਜਦੋਂ ਉਹਨੇ ਰੋ ਰੋ ਦੁੱਖ ਸੁਣਾਇਆ, ਭਾਈ ਮਰਦਾਨਾ ਜੀ ਕਹਿਣ ਲੱਗੇ, ਚੰਗਾ ਭਾਈ, ਜੇ ਹੁਣ ਤੂੰ ਸੁਖ ਚਾਹੁੰਦਾ ਹੈ, ਚੱਲ ਸੁਖਾਂ ਦੇ ਦਾਤੇ ਸਤਿਗੁਰੂ ਜੀ ਆਏ ਨੇ, ਗੁਰੂ ਕੀ ਸ਼ਰਨ ਵਿੱਚ ਆ। ਲੈ ਕੇ ਨਾਲ ਸਤਿਗੁਰੂ ਮਹਾਰਾਜ ਦੇ ਪਾਸ ਆਏ। ਆਪਣੀ ਵਾਰਤਾ ਜਿਹੜੀ ਭਾਈ ਮਰਦਾਨਾ ਜੀ ਨੂੰ ਸੁਣਾਈ ਸੀ, ਫਿਰ ਗੁਰੂ ਕੀ ਹਜ਼ੂਰੀ ਵਿੱਚ ਸੇਠ ਨੇ ਸੁਣਾਈ ਤੇ ਵਾਰ-ਵਾਰ ਕਹਿੰਦਾ, ਮਹਾਰਾਜ ਮੇਰੇ ਵਰਗਾ ਦੁਖੀ ਨਹੀਂ ਕੋਈ ਸੰਸਾਰ ਤੇ ਹੋਣਾ ਜਿੰਨਾ ਮੈਂ ਦੁਖੀ ਹਾਂ। ਮਹਾਰਾਜ ਨੇ ਬਚਨ ਕੀਤੇ ਸੀ, ਨਹੀਂ ਸੇਠ, ਕੱਲਾ ਤੂੰ ਹੀ ਦੁਖੀ ਨਹੀਂ, ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਸਾਰੇ ਹੀ ਦੁਖੀ ਨੇ ਤੇ ਬੜੇ ਵੱਡੇ ਜਿਹੜੇ ਨੇ ਉਹ ਵੀ ਦੁਨੀਆ ਤੋਂ ਦੁੱਖਾਂ ਵਿੱਚ ਰੋਂਦੇ ਹੀ ਗਏ। ਉੱਥੇ ਮਹਾਰਾਜ ਨੇ ਇਹ ਬਚਨ ਉਚਾਰਿਆ ਸੀ, ਸਹੰਸਰ ਦਾਨ ਦੇ ਇੰਦਰ ਰੋਵਾਇਆ, ਪਰਸਰਾਮ ਰੋਵੈ ਘਰ ਆਇਆ, ਅਜੈ ਸੋ ਰੋਵੈ ਭੀਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਨੇ ਬਚਨ ਕੀਤਾ ਸੀ, ਬਾਲੀ ਰੋਵੈ ਨਾਹੀ ਪਧਾਰ, ਨਾਨਕ ਦੁਖੀਆ ਸਭ ਸੰਸਾਰ। ਸਾਰਾ ਸੰਸਾਰ ਹੀ ਦੁਖੀ ਹੈ। ਹੱਥ ਜੋੜ ਕੇ ਸੇਠ ਪੁੱਛਦਾ, ਮਹਾਰਾਜ ਕੋਈ ਬਚਿਆ ਵੀ ਹੈ ਦੁੱਖਾਂ ਤੋਂ ਕਿ ਸਾਰੇ ਦੁਖੀ ਹੋ ਕੇ ਰੋਂਦੇ ਗਏ? ਰਾਮਚੰਦਰ ਵਰਗੇ, ਕ੍ਰਿਸ਼ਨ ਵਰਗੇ, ਰਾਵਣ ਵਰਗੇ, ਪਾਂਡਵਾਂ ਵਰਗੇ ਔਰ ਇਸੇ ਪ੍ਰਕਾਰ ਪਰਸਰਾਮ ਵਰਗੇ, ਅਜੈ ਰਾਜੇ ਵਰਗੇ ਸਾਰਿਆਂ ਦਾ ਵਰਣਨ ਕੀਤਾ ਹੈ। ਵੱਡੇ ਦੱਸੇ ਨੇ, ਆਮ ਦੁਨੀਆ ਦੀ ਤਾਂ ਗੱਲ ਹੀ ਜਿਹੜੀ ਆ ਉਹ ਛੋਟੀ ਰਹਿ ਗਈ। ਵੱਡੇ ਦੱਸੇ ਨੇ, ਸਭ ਰੋਂਦੇ ਗਏ। ਮਹਾਰਾਜ ਕੋਈ ਰੋਣ ਤੋਂ ਬਚਿਆ ਵੀ ਹੈ? ਕਿਸੇ ਨੇ ਦੁੱਖਾਂ ਨੂੰ ਜਿੱਤਿਆ ਵੀ ਹੈ? ਮਹਾਰਾਜ ਕਹਿੰਦੇ, ਹਾਂ, ਮੰਨੇ ਨਾਓ ਸੋਈ ਜਣ ਜਾਏ। ਜਿਹੜਾ ਨਾਮ ਜਪਦਾ, ਜਿਹੜਾ ਨਾਮ ਨੂੰ ਮੰਨਦਾ, ਜਿਹੜਾ ਨਾਮ ਵਿੱਚ ਆਪਣੀ ਬਿਰਤੀ ਨੂੰ ਜੋੜਦਾ ਹੈ, ਉਹ ਦੁੱਖਾਂ ਨੂੰ ਜਿੱਤਦਾ ਹੈ, ਉਹ ਦੁੱਖਾਂ ਤੋਂ ਉੱਪਰ ਉੱਠਦਾ ਹੈ। ਔਰੀ ਕਰਮ ਨਾ ਲੇਖਿਆ ਲਾਏ, ਨਾਮ ਜਪਣ ਤੋਂ ਬਿਨਾਂ ਹੋਰ ਕਰਮ ਲੇਖੇ ਵਿੱਚ ਨਹੀਂ ਲੱਗਦੇ। ਇਉਂ ਬਾਹਰੋਂ ਸੁਖੀ ਨਜ਼ਰ ਆਉਣ ਵਾਲਾ ਮਨੁੱਖ ਅੰਦਰੋਂ ਵੀ ਸੁਖੀ ਹੋਵੇ, ਇਹ ਕੋਈ ਜ਼ਰੂਰੀ ਨਹੀਂ। ਤੇ ਸਾਧ ਸੰਗਤ ਜੀ, ਜਿੰਨਾ ਚਿਰ ਸਾਡੇ ਅੰਦਰ ਸੁਖ ਨਹੀਂ ਵਸਿਆ, ਉਹਨਾਂ ਚਿਰ ਸਾਡੇ ਬਾਹਰ ਦੇ ਜਿਹੜੇ ਸੁਖਾਂ ਦੇ ਸਾਧਨ ਨੇ ਉਹ ਵੀ ਕੋਈ ਅਰਥ ਨਹੀਂ ਰੱਖਦੇ। ਸਾਡੀ ਜਿਹੜੀ ਦੌੜ ਹੈ ਉਹ ਕੇਵਲ ਸਰੀਰਕ ਸੁਖਾਂ ਤੱਕ ਹੈ।
ਸਰੀਰ ਦਾ ਬਾਹਰਲਾ ਤਲ, ਬਾਹਰਲੀ ਚਮੜੀ। ਆ ਗਰਮੀ ਦਾ ਮੌਸਮ ਹੈ, ਏਸੀ ਵਗੈਰਾ ਲੱਗੇ ਹੋਏ ਨੇ, ਠੰਡਕ ਪ੍ਰਾਪਤ ਹੋ ਰਹੀ ਹੈ। ਸੂਰਜ ਦੀ ਗਰਮੀ ਦੇ ਸੇਕ ਨਾਲ ਜੋ ਸਾਨੂੰ ਖੇਚਲ ਹੋਣੀ ਸੀ, ਜੋ ਗਰਮੀ ਦਾ ਦੁੱਖ ਹੋਣਾ ਸੀ, ਉਹ ਬਾਹਰਲੀ ਚਮੜੀ ਤੋਂ ਹੀ ਹੋਣਾ ਸੀ ਨਾ। ਤੇ ਉਸੇ ਦੁੱਖ ਨੂੰ ਅਨੁਭਵ ਕਰਨਾ ਸਾਡੇ ਮਨ ਨੇ। ਆਪਾਂ ਠੰਡੇ ਥਾਂ ਤੇ ਬੈਠ ਗਏ, ਉਹ ਜਿਹੜਾ ਗਰਮੀ ਦਾ ਦੁੱਖ ਸੀ, ਸਾਡੇ ਸਰੀਰ ਨੂੰ ਠੰਡੀ ਹਵਾ ਸਪਰਸ਼ ਕਰਨ ਲੱਗ ਪਈ, ਸਾਨੂੰ ਸੁੱਖ ਮਿਲਿਆ, ਸਾਨੂੰ ਆਨੰਦ ਆਇਆ। ਪਰ ਕਦੇ ਐਸਾ ਤਾਂ ਨਹੀਂ ਨਾ ਹੋ ਸਕਦਾ ਕਿ ਮਨੁੱਖ ਦਾ ਅੰਦਰ ਕਿਸੇ ਪਰੇਸ਼ਾਨੀ ਕਰਕੇ, ਕਿਸੇ ਦੁੱਖ ਦੇ ਵਿੱਚ ਤਪ ਰਿਹਾ ਹੋਵੇ ਤੇ ਉਹ ਏਸੀ ਕਮਰੇ ਵਿੱਚ ਠੰਡਕ ਵਿੱਚ ਬੈਠਾ ਹੋਵੇ, ਜਿੱਥੇ ਬਰਫ਼ ਪਈ ਜੰਮਦੀ ਹੋਵੇ, ਤੇ ਉੱਥੇ ਬੈਠਿਆਂ ਉਹਦੇ ਦਿਲ ਨੂੰ ਵੀ ਠੰਡ ਪੈ ਜਾਵੇ, ਉਹਦੇ ਅੰਦਰ ਦੀ ਜਲਨ ਵੀ ਮਿਟ ਜਾਵੇ। ਇਹ ਤਾਂ ਨਹੀਂ ਨਾ ਹੋਣਾ। ਇਹ ਕੇਵਲ ਬਾਹਰੀ ਤੌਰ ਤੇ ਹੀ ਸਾਨੂੰ ਠੰਡ ਪ੍ਰਾਪਤ ਹੋ ਰਹੀ ਹੈ, ਅੰਦਰ ਠੰਡਾ ਨਹੀਂ ਹੋਣਾ ਸਾਡਾ ਇਹਦੇ ਨਾਲ। ਸੋ ਇਉਂ ਬਾਹਰੀ ਜੇ ਸੁੱਖ ਅਨੇਕਾਂ ਮਿਲੇ ਨੇ, ਅੰਦਰ ਸੁੱਖ ਨਹੀਂ, ਤਾਂ ਬਾਹਰਲਾ ਸੁੱਖ ਕੋਈ ਅਰਥ ਨਹੀਂ ਰੱਖਦੇ। ਅੰਦਰ ਸੁੱਖ ਨਾ ਹੋਣ ਦੀ ਸੂਰਤ ਵਿੱਚ ਬਾਹਰਲਾ ਸੁੱਖ ਵੀ ਜਿਹੜਾ ਹੈ ਉਹ ਦੁੱਖ ਰੂਪ ਹੈ। ਪਰ ਜੇ ਅੰਦਰ ਸੁੱਖ ਵਸਿਆ ਹੈ ਤਾਂ ਬਾਹਰਲਾ ਦੁੱਖ ਵੀ ਦੁੱਖ ਨਹੀਂ। ਆਪਾਂ ਇਤਿਹਾਸ ਆਪਣਾ ਪੜ੍ਹਦੇ ਹਾਂ, ਵਾਚਦੇ ਹਾਂ। ਇੱਕ ਘਰ ਦੇ ਵਿੱਚ ਕੋਈ ਸਬਜ਼ੀ ਵਗੈਰਾ ਚੀਰਦਿਆਂ ਹੋਇਆਂ ਕਰਦ ਚਾਕੂ ਨਾਲ ਸਾਡੀ ਉਂਗਲ ਤੇ ਨਿੱਕਾ ਜਿਹਾ ਵੀ ਕੋਈ ਚੀਰ ਪੈ ਜਾਵੇ, ਕੋਈ ਕੱਟ ਲੱਗ ਜਾਵੇ, ਆਪਾਂ ਦਰਦ ਨਾਲ ਬੇਬਲ ਹੋ ਉੱਠਦੇ ਹਾਂ। ਤੇ ਆਰੇ ਦੇ ਨਾਲ ਪੂਰੇ ਸਰੀਰ ਦਾ ਹੌਲੀ ਹੌਲੀ ਚੀਰਿਆ ਜਾਣਾ ਕਿੱਡਾ ਵੱਡਾ ਦੁੱਖ ਹੈ। ਪਰ ਜਿਸ ਦਾ ਸਰੀਰ ਆਰੇ ਨਾਲ ਚੀਰਿਆ ਜਾ ਰਿਹਾ, ਉਸ ਨੂੰ ਦੁੱਖ ਮਹਿਸੂਸ ਹੀ ਨਹੀਂ ਹੋ ਰਿਹਾ। ਧੰਨ ਭਾਈ ਮਤੀ ਦਾਸ ਜੀ। ਕਿਉਂ? ਕਿਉਂਕਿ ਅੰਦਰ ਸੁੱਖ ਵਸਦਾ ਹੈ। ਇੱਕ ਗਰਮ ਪਾਣੀ ਦੀ ਬੂੰਦ, ਕੋਈ ਛਿੱਟ, ਕੋਈ ਚਾਹ ਦੁੱਧ ਵਗੈਰਾ ਗਰਮ ਦੀ ਛਿੱਟ ਸਾਡੇ ਸਰੀਰ ਤੇ ਪੈ ਜਾਵੇ, ਜਲਨ ਨਹੀਂ ਮਿਟਦੀ, ਸੜਨ ਨਹੀਂ ਹਟਦੀ, ਆਪਾਂ ਦੁਖੀ ਹੁੰਦੇ ਆ, ਬੜਾ ਦਰਦ ਮਹਿਸੂਸ ਕਰਦੇ ਆ। ਤੇ ਭਾਈ ਦਿਆਲਾ ਜੀ ਦਾ ਤਾਂ ਪੂਰੇ ਦਾ ਪੂਰਾ ਸਰੀਰ ਹੀ ਦੇਗੇ ਵਿੱਚ ਰੱਖ ਕੇ ਉਬਾਲ ਦਿੱਤਾ, ਦੁੱਖ ਮਹਿਸੂਸ ਹੀ ਨਹੀਂ ਹੋਇਆ। ਕਿਉਂ? ਕਿਉਂਕਿ ਅੰਦਰ ਸੁੱਖ ਵਸਦਾ ਹੈ। ਅੰਦਰ ਵਸਦੇ ਹੋਏ ਸੁੱਖ ਨਾਲ ਬੰਦ-ਬੰਦ ਕੱਟੇ ਜਾਣ ਤੋਂ ਵੀ ਪੀੜ ਨਹੀਂ ਹੁੰਦੀ। ਜੰਬੂਰਾ ਨਾਲ ਮਾਸ ਨੋਚੇ ਜਾਣ ਤੋਂ ਵੀ ਦਰਦ ਮਹਿਸੂਸ ਨਹੀਂ ਹੁੰਦਾ। ਦੁੱਖ ਦੁੱਖ ਹੀ ਨਹੀਂ ਜਾਪਦਾ। ਉਹ ਅਵਸਥਾ ਕੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਵਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਉਹ ਅੰਦਰਲਾ ਸੁਖ ਪ੍ਰਾਪਤ ਹੁੰਦਾ ਹੈ। ਸੁਖ ਨਾ ਹੀ ਰੇ ਹਰ ਭਗਤ ਬਿਨਾ, ਉਹ ਸੁਖ ਵਾਹਿਗੁਰੂ ਦੀ ਭਗਤੀ ਤੋਂ ਬਿਨਾ ਪ੍ਰਾਪਤ ਨਹੀਂ ਹੋਣਾ। ਤੇ ਜਿੰਨਾ ਚਿਰ ਅੰਦਰਲਾ ਸੁਖ ਆਪਾਂ ਨੂੰ ਨਾ ਮਿਲਿਆ, ਉਹਨਾਂ ਚਿਰ ਸਾਡੀ ਜਿਹੜੀ ਬਾਹਰੀ ਸਰੀਰਕ ਸੁੱਖਾਂ ਦੀ ਦੌੜ ਹੈ, ਉਹਦੇ ਵਿੱਚ ਵੀ ਕਾਮਯਾਬੀ ਨਹੀਂ, ਉਹਦੇ ਵਿੱਚ ਵੀ ਸਫਲਤਾ ਨਹੀਂ। ਮਹਾਰਾਜ ਕਹਿੰਦੇ ਭਾਈ ਜਿਹੜਾ ਦੁੱਖਾਂ ਦਾ ਕਾਰਨ ਹੈ, ਉਹਨੂੰ ਦੂਰ ਕਰਨ ਦਾ ਯਤਨ ਕਰ। ਨਾਮ ਨਾ ਜਪਣਾ, ਬੰਦਗੀ ਨਾ ਕਰਨੀ, ਭਗਤੀ ਨਾ ਕਰਨੀ, ਗੁਰੂ ਕੇ ਲੜ ਨਾ ਲੱਗਣਾ, ਵਾਹਿਗੁਰੂ ਨੂੰ ਵਿਸਾਰਨਾ ਭੁਲਾਉਣਾ, ਇਹ ਦੁੱਖਾਂ ਦਾ ਕਾਰਨ ਹੈ। ਜੇ ਇਸ ਕਾਰਨ ਨੂੰ ਤੂੰ ਮੇਟ ਦੇਵੇਂ, ਗੁਰੂ ਕੇ ਲੜ ਲੱਗ ਜਾਵੇਂ, ਗੁਰੂ ਕੀ ਸਿੱਖਿਆ ਦਾ ਧਾਰਨੀ ਬਣੇ, ਵਾਹਿਗੁਰੂ ਦਾ ਨਾਮ ਜਪ ਲਵੇਂ, ਦੁੱਖਾਂ ਦਾ ਕਾਰਨ ਮਿਟ ਜਾਵੇਗਾ, ਸੁਖ ਦੀ ਪ੍ਰਾਪਤੀ ਹੋਵੇਗੀ। ਪਿੱਛੇ ਬਚਨ ਸੁਣੇ ਨੇ ਆਪਾਂ ਗੁਰੂ ਕੇ ਕਿ ਜੋ ਸੁਖ ਕਉ ਚਾਹੈ ਸਦਾ, ਸਰਨ ਰਾਮ ਕੀ ਲੇ। ਜੇ ਸੁਖ ਚਾਹੁੰਦਾ ਹੈ ਤਾਂ ਪ੍ਰਮਾਤਮਾ ਦੀ ਸ਼ਰਨ ਲੈ। ਜੇ ਲੋੜ ਹੈ ਸਦਾ ਸੁਖ ਭਾਈ, ਸਾਧੂ ਸੰਗਤ ਗੁਰ ਹੈ ਬਤਾਈ। ਪਰ ਸਾਡੀ ਹਾਲਤ ਕੀ ਹੈ? ਨਾਵੇਂ ਪਾਤਸ਼ਾਹ ਦਾ ਬਚਨ ਹੈ, ਬਿਰਥਾ ਕਹੋ ਕੌਣ ਸਿਓ ਮਨ ਕੀ। ਜਿਹੜੀ ਮਨ ਦੀ ਵਿਅਥਾ ਹੈ, ਪੀੜਾ ਹੈ, ਕਿਹਦੇ ਅੱਗੇ ਕਹੀਏ। ਲੋਭ ਗ੍ਰਸਿਓ ਦਸਹੂ ਦਿਸ ਧਾਵਤ, ਆਸਾ ਲਾਗਿਓ ਧਨ ਕੀ। ਲੋਭ ਦਾ ਗ੍ਰਸਿਆ ਹੋਇਆ ਮਨ ਦਸੋ ਦਿਸ਼ਾਵਾਂ ਵਿੱਚ ਦੌੜਦਾ ਭੱਜਦਾ ਫਿਰਦਾ ਰਹਿੰਦਾ ਹੈ। ਧਨ ਦੀ ਆਸ ਲੱਗੀ ਆ ਕਿ ਮੈਂ ਧਨ ਦੇ ਬਲਬੂਤੇ ਸੁਖ ਪ੍ਰਾਪਤ ਕਰ ਲਵਾਂਗਾ। ਪਰ ਹੁੰਦਾ ਕੀ ਹੈ? ਸੁਖ ਕੈ ਹੇਤ ਬਹੁਤ ਦੁੱਖ ਪਾਵਤ। ਸੁਖ ਨੂੰ ਪ੍ਰਾਪਤ ਕਰਨ ਵਾਸਤੇ ਸਗੋਂ ਬਹੁਤੇ ਦੁੱਖ ਪਾਈ ਜਾਂਦਾ ਹੈ। ਜੋ ਹੇਤ ਕਾਰਨ ਸਬੱਬ ਅਪਣਾਉਂਦਾ, ਸੁਖ ਦੀ ਪ੍ਰਾਪਤੀ ਦੇ ਅਪਣਾਉਂਦਾ ਹੈ। ਪਿਆਰ ਸੁਖ ਦੇ ਨਾਲ ਕਰਦਾ ਹੈ, ਪਰ ਦੁਖੀ ਬਹੁਤਾ ਹੋਈ ਜਾਂਦਾ ਹੈ। ਕਿਹੋ ਜਿਹੇ ਸਬੱਬ ਬਣਾਉਂਦਾ ਹੈ, ਕਿਹੋ ਜਿਹੀਆਂ ਇਹ ਸਕੀਮਾਂ ਲਾਉਂਦਾ ਹੈ, ਕਰਦਾ ਕੀ ਕੁਝ ਹੈ। ਸੇਵ ਕਰਤ ਜਨ ਜਨ ਕੀ, ਜਨ ਜਨ ਕੀ, ਬੰਦੇ ਬੰਦੇ ਦੀ, ਕਦੇ ਕਿਸੇ ਦੀ ਸੇਵਾ, ਕਦੇ ਕਿਸੇ ਦੀ, ਜਣੇ ਖਣੇ ਦੀ ਸੇਵਾ ਕਰਦਾ ਫਿਰਦਾ ਹੈ। ਬਸ ਮਾੜੀ ਜੀ ਕੰਨ ਵਲੇਲ ਪਵੇ ਕਿ ਫਲਾਣਾ ਬਾਬਾ ਜੀ ਪਾਣੀ ਵਿੱਚ ਫੂਕਾ ਮਾਰ ਕੇ ਦਿੰਦਾ ਜੀ, ਉਹਦੇ ਨਾਲ ਆਹ ਰੋਗ ਦੂਰ ਹੋ ਜਾਂਦਾ ਹੈ। ਲਾਈਨਾਂ ਬੰਦ ਬੰਦ ਭੀੜਾਂ ਲਾ ਲਾ ਉਹ ਪਾਣੀ ਲੈਣ ਵਾਸਤੇ ਮਨੁੱਖ ਤੁਰਿਆ ਫਿਰਦਾ ਹੈ। ਕੋਈ ਲਾਚੀਆਂ ਦਾ ਪ੍ਰਸ਼ਾਦ ਦੇ ਰਿਹਾ, ਕੋਈ ਕੁਝ ਕੋਈ ਕੁਝ। ਆਹ ਤਾਂਤਰਿਕਾਂ ਦੇ ਪੂਰੇ ਪੂਰੇ ਅਖਬਾਰ ਦੇ ਇੱਕ ਪੇਜ ਦੇ ਇਸ਼ਤਿਹਾਰ ਵੱਡੇ ਵੱਡੇ ਛਪਦੇ ਨੇ, ਭੀੜਾਂ ਲੱਗੀਆਂ ਪਈਆਂ ਨੇ ਉਹਨਾਂ ਦੇ ਕੋਲ। ਇਉਂ ਜਣੇ ਖਣੇ ਕੋਲ ਥਾਂ ਥਾਂ ਤੇ ਇਹ ਮਨੁੱਖ ਤੁਰਿਆ ਫਿਰਦਾ ਹੈ। ਕਾਹਦੇ ਲਈ? ਸੁਖ ਦੀ ਪ੍ਰਾਪਤੀ ਵਾਸਤੇ।
ਪਰ ਕੀ ਸੁਖ ਮਿਲ ਜਾਂਦਾ ਹੈ? ਨਹੀਂ। ਦੁਆਰਹਿ ਦੁਆਰ ਸਵਾਨ ਜਿਉ ਡੋਲਤ, ਇਹ ਨਾਵੇਂ ਪਾਤਸ਼ਾਹੀ ਦੇ ਬਚਨ ਨੇ। ਸਵਾਨ ਦਾ ਅਰਥ ਹੈ ਕੁੱਤਾ। ਦੁਆਰ ਦੁਆਰ ਤੇ ਅਵਾਰਾ ਕੁੱਤੇ ਵਾਂਗੂ ਭਟਕ ਰਿਹਾ ਹੈ ਮਨੁੱਖ। ਜਿਵੇਂ ਅਵਾਰਾ ਕੁੱਤਾ ਜਿਹਦਾ ਕੋਈ ਮਾਲਕ ਨਹੀਂ, ਜੋ ਇੱਕ ਮਾਲਕ ਦਾ ਹੋ ਕੇ ਨਹੀਂ ਰਿਹਾ। ਰੋਟੀ ਦੀ ਬੁਰਕੀ ਦੀ ਭਾਲ ਵਿੱਚ ਉਹ ਕਦੇ ਕਿਸੇ ਦਰ ਦੀਆਂ ਬਰੂਹਾਂ ਸੁੰਘਦਾ, ਕਦੇ ਕਿਸੇ ਘਰ ਜਾ ਵੜਦਾ ਹੈ, ਪਰ ਰੋਟੀ ਤਾਂ ਕੀ ਮਿਲਣੀ ਹੈ? ਝਿੜਕਾਂ ਪੈਂਦੀਆਂ, ਸੋਟੇ ਵੱਜਦੇ ਨੇ, ਵੱਟੇ ਵੱਜਦੇ ਨੇ, ਚਾਉਂ ਚਾਉਂ ਕਰਕੇ ਦੁਖੀ ਹੁੰਦੇ ਨੂੰ ਵਾਪਸ ਮੁੜਨਾ ਪੈਂਦਾ ਹੈ। ਬਸ ਉਹ ਅਵਾਰਾ ਕੁੱਤੇ ਵਾਲੀ ਬਿਰਤੀ ਇਸ ਜੀਵ ਦੀ ਬਣੀ ਹੈ। ਇੱਕ ਮਾਲਕ ਦਾ ਨਹੀਂ ਬਣਿਆ, ਗੁਰੂ ਦਾ ਨਹੀਂ ਬਣਿਆ। ਦਰ ਦਰ ਤੇ ਭਰਮਦਾ ਭਟਕਦਾ ਫਿਰਦਾ, ਕਦੇ ਤਾਂਤਰਿਕਾਂ ਕੋਲ, ਧਾਗੇ ਤਵੀਤਾਂ ਵਾਲਿਆਂ ਕੋਲ, ਅਖੌਤੀ ਸਾਧਾਂ ਦੇ ਕੋਲ, ਕੱਚੇ ਗੁਰੂਆਂ ਦੇ ਕੋਲ। ਇਉਂ ਅਵਾਰਾ ਕੁੱਤੇ ਵਾਂਗੂ ਦਰ ਦਰ ਤੇ ਭਰਮਦਾ ਭਟਕਦਿਆਂ ਫਿਰਦਿਆਂ ਦੁੱਖ ਹੀ ਦੁੱਖ ਬਹੁਤੇ ਮਿਲਣੇ ਨੇ, ਸੁੱਖ ਤਾਂ ਮਿਲ ਨਹੀਂ ਰਿਹਾ। ਨਹਿ ਸੁਧ ਰਾਮ ਭਜਨ ਕੀ, ਜਿਹੜਾ ਸੁੱਖਾਂ ਦਾ ਅਸਲੀ ਸਾਧਨ ਸੀ ਪ੍ਰਮਾਤਮਾ ਦਾ ਭਜਨ ਸਿਮਰਨ ਕਰਨਾ, ਉਹਦੀ ਸੋਝੀ ਹੀ ਨਹੀਂ, ਉਹਦਾ ਗਿਆਨ ਹੀ ਨਹੀਂ। ਇਹ ਮਨੁੱਖ ਦੀ ਹਾਲਤ ਹੈ। ਇਉਂ ਸੁੱਖ ਦੀ ਪ੍ਰਾਪਤੀ ਦੇ ਯਤਨ ਤਾਂ ਕੀਤੇ, ਦੁੱਖ ਦੀ ਨਿਵਰਤੀ ਦਾ ਯਤਨ ਕੋਈ ਨਹੀਂ ਕੀਤਾ, ਤਾਂ ਸੁੱਖ ਦੀ ਪ੍ਰਾਪਤੀ ਕਿਵੇਂ ਹੋਵੇਗੀ? ਫਿਰ ਹੋਰ ਬਚਨ, ਯਤਨ ਬਹੁਤ ਸੁਖ ਕੇ ਕੀਏ। ਜਿਨ੍ਹਾਂ ਵਰਤਾਰਿਆਂ ਨੂੰ ਆਪਣੀ ਸਮਝ ਮੁਤਾਬਕ ਸੁਖ ਸਮਝਿਆ ਨਾ, ਉਹਨਾਂ ਦੀ ਪ੍ਰਾਪਤੀ ਦੇ ਯਤਨ ਕੀਤੇ। ਤਰ੍ਹਾਂ ਤਰ੍ਹਾਂ ਦੇ ਵਿਸ਼ੇ ਭੋਗ, ਕਾਮ ਇਤਿਆਦਿਕ ਵਿਸ਼ੇ, ਰਾਗ ਰੰਗ ਤਮਾਸ਼ੇ ਨਾਚ ਗਾਣੇ, ਹੋਰ ਤਰ੍ਹਾਂ ਤਰ੍ਹਾਂ ਦੇ ਐਸੇ ਕਰਤੱਵ, ਇਹਨਾਂ ਨੂੰ ਮਨੁੱਖ ਸੁਖ ਰੂਪ ਸਮਝਦਾ ਹੈ, ਮਜ਼ੇ ਦੇ ਆਨੰਦ ਦੇ ਸਾਧਨ ਸਮਝਦਾ ਹੈ। ਇਹਨਾਂ ਦੀ ਪ੍ਰਾਪਤੀ ਦੇ ਵਾਸਤੇ ਯਤਨ ਕਰੀ ਜਾਂਦਾ ਹੈ, ਪਰ ਅਸਲ ਵਿੱਚ ਇਹ ਸਾਰੀਆਂ ਵਸਤੂਆਂ, ਸਾਰੇ ਵਰਤਾਰੇ ਦੁੱਖ ਰੂਪ ਨੇ। ਦੁੱਖ ਕੋ ਕੀਓ ਨਾ ਕੋਏ, ਜਿਹੜਾ ਇਹਨਾਂ ਦੇ ਪ੍ਰਤਾਪ ਕਰਕੇ ਜੰਮਣ ਮਰਨ ਦਾ ਦੁੱਖ ਪ੍ਰਾਪਤ ਹੋਣਾ ਹੈ, ਉਹ ਜੰਮਣ ਮਰਨ ਦੇ ਦੁੱਖ ਨੂੰ ਨਾਸ ਕਰਨ ਦਾ ਕੋਈ ਯਤਨ ਨਹੀਂ ਕੀਤਾ। ਦੁੱਖ ਨਿਵਰਤੀ ਦਾ ਯਤਨ ਨਹੀਂ ਕੀਤਾ, ਸੁੱਖਾਂ ਦੇ ਵਾਸਤੇ ਕਰ ਰਿਹਾ ਹੈ। ਜਿਸ ਸੁੱਖ ਨੇ ਰੋਗ ਬਣਨਾ ਹੈ, ਉਸ ਸੁੱਖ ਪਿੱਛੇ ਦੌੜਦਾ ਭੱਜਦਾ ਫਿਰਦਾ ਹੈ, ਤੇ ਜਿਸ ਦੁੱਖ ਨੇ दारू ਬਣਨਾ ਹੈ, ਉਸ ਦੁੱਖ, ਉਸ ਖੇਚਲ ਵੱਲੇ ਖਿਆਲ ਨਹੀਂ ਕੀਤਾ। ਅੰਮ੍ਰਿਤ ਵੇਲੇ ਦਾ ਸਮਾਂ, ਮਿੱਠੀ ਨੀਂਦ ਉਸ ਵੇਲੇ ਬਹੁਤੇ ਆਉਂਦੀ ਹੈ। ਕੁਦਰਤੀ ਇਹ ਸੁਭਾਅ ਹੈ ਮਨੁੱਖ ਦਾ। ਤੁਸੀਂ ਵੇਖੋ ਕਿ ਕੋਈ ਰੋਗੀ ਮਨੁੱਖ ਆਪਣੇ ਰੋਗ ਦੇ ਪ੍ਰਭਾਵ ਕਰਕੇ ਸਾਰੀ ਰਾਤ ਚੱਜ ਨਾਲ ਨਹੀਂ ਸੌਂ ਸਕਿਆ। ਸਵੇਰੇ ਜਿਹੜਾ ਬ੍ਰਹਮ ਮੁਹੂਰਤ ਦਾ ਅੰਮ੍ਰਿਤ ਵੇਲੇ ਦਾ ਸਮਾਂ ਹੈ, ਉਦੋਂ ਉਹਨੂੰ ਵੀ ਕੁਝ 2-4 ਘੜੀਆਂ ਸੁੱਖ ਦੀ ਨੀਂਦ ਆ ਹੀ ਜਾਂਦੀ ਹੈ, ਉਦੋਂ ਬਹੁਤਾ ਜ਼ੋਰ ਪੈਂਦਾ ਹੈ। ਪਰ ਹੁਣ ਉਸ ਮਿੱਠੀ ਨੀਂਦ ਨੂੰ ਤਿਆਗ ਕੇ ਉੱਠਣਾ, ਇਹ ਇੱਕ ਖੇਚਲ ਹੈ ਨਾ, ਇੱਕ ਦੁੱਖ ਹੈ ਨਾ। ਪਰ ਇਹ ਦੁੱਖ ਜਿਹੜਾ, ਇਹ दारू ਰੂਪ ਹੈ। ਦੁੱਖ दारू, ਸੁਖ ਰੋਗ ਭਇਆ। ਉੱਠਣਾ, ਇਸ਼ਨਾਨ ਕਰਨਾ, ਬਾਣੀ ਪੜ੍ਹਨੀ, ਨਿਤਨੇਮ ਕਰਨਾ, ਇਹ ਜਿੰਨੀ ਵੀ ਧਰਮ ਦੇ ਮਾਰਗ ਤੇ ਚੱਲਣ ਦੀ ਖੇਚਲ ਹੈ, ਜਿਸ ਦੇ ਬਾਰੇ ਭਗਤ ਜੀ ਕਹਿੰਦੇ ਪੂਰੀ ਪਰੀ ਬੁਲਾਏ। ਕਬੀਰ ਜਿਨਹੂ ਕਿਛੂ ਜਾਣਿਆ ਨਹੀਂ, ਤਿੰਨ ਸੁਖ ਨੀਂਦ ਬਿਹਾਏ, ਹਮੋ ਜੋ ਬੂਝਾ ਬੁਝ ਨਾ ਪੂਰੀ ਪਰੀ ਬੁਲਾਏ। ਜਿਨ੍ਹਾਂ ਨੇ ਜ਼ਿੰਦਗੀ ਦਾ ਪਰਮਾਰਥ ਸਮਝਿਆ ਹੀ ਕੁਝ ਨਹੀਂ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਜੀਵਨ ਮਿਲਿਆ ਕਾਹਦੇ ਵਾਸਤੇ ਹੈ, ਉਹ ਤਾਂ ਗਾਫਲਤਾਈ ਦੀ, ਬੇਫਿਕਰੀ ਦੀ ਨੀਂਦ ਵਿੱਚ ਸੁਖ ਨਾਲ ਸੌਂਦੇ ਨੇ। ਹਮੋ ਜੋ ਬੂਝਾ, ਸਾਨੂੰ ਜਦੋਂ ਇਹ ਸਮਝ ਲੱਗ ਗਈ ਹੈ ਕਿ ਬੁੱਝਣਾ ਉਸ ਪਰਮਾਤਮਾ ਨੂੰ ਬੁੱਝਣਾ ਹੈ, ਵਾਹਿਗੁਰੂ ਦੀ ਪ੍ਰਾਪਤੀ ਕਰਨੀ ਹੈ, ਪੂਰੀ ਪਰੀ ਬੁਲਾਏ। ਇਹ ਤਾਂ ਮਾਨੋ ਪੂਰੀ ਬੜਾਈ ਗਲ ਪੈ ਗਈ। ਭਗਤੀ ਕਰੋ, ਬੰਦਗੀ ਕਰੋ, ਖੇਚਲ ਕਰੋ ਭਾਵ ਭਗਤੀ ਦੀ, ਸੇਵਾ ਸਿਮਰਨ ਦੀ। ਔਖਾ ਕੰਮ ਲੱਗਦਾ ਨਾ ਆਮ ਜੀਵ ਨੂੰ, ਪਰ ਇਹ ਜਿਹੜੀ ਔਖ ਹੈ, ਇਹ ਜਿਹੜੀ ਖੇਚਲ ਹੈ, ਇਹ ਜਿਹੜਾ ਸਰੀਰਕ ਕਸ਼ਟ ਹੈ, ਇਹ ਸੁਖ ਰੂਪ ਹੈ। ਇਹਦੇ ਵਿੱਚੋਂ ਲੋਕ ਪਰਲੋਕ ਦੇ ਸੁਖ ਪ੍ਰਾਪਤ ਹੋਣੇ ਨੇ। ਸੋ ਇਸ ਪਾਸੇ ਦਾ ਯਤਨ ਇਹ ਮਨੁੱਖ ਨਹੀਂ ਕਰਦਾ, ਦੁਨਿਆਵੀ ਸੁੱਖਾਂ ਨੂੰ ਮਾਨਣ ਦਾ ਯਤਨ ਕਰੀ ਜਾਂਦਾ ਹੈ। ਮਹਾਰਾਜ ਕਹਿੰਦੇ ਕਹ ਨਾਨਕ ਸੁਨ ਰੇ ਮਨਾ ਹਰ ਭਾਵੈ ਸੋ ਹੋਏ। ਆਖਰ ਨੂੰ ਤੇਰੀ ਮਰਜ਼ੀ ਨਹੀਂ ਚੱਲਣੀ, ਆਖਰ ਨੂੰ ਭਾਈ ਹੋਣਾ ਉਹ ਹੈ ਜੋ ਅਕਾਲ ਪੁਰਖ ਵਾਹਿਗੁਰੂ ਨੂੰ ਭਾਉਂਦਾ ਹੈ, ਜੋ ਉਸ ਪਰਮ ਪਿਤਾ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹੀ ਹੋਣਾ ਹੈ। ਇਸੇ ਲਈ ਗੁਰੂ ਕੇ ਇਹ ਬਚਨ ਨੇ, ਨਾਨਕ ਬੋਲਣ ਝਖਣਾ, ਦੁੱਖ ਛੱਡ ਮੰਗੀਐ ਹੈ ਸੁਖ। ਦੁੱਖਾਂ ਤੋਂ ਮੂੰਹ ਮੋੜ ਕੇ ਸੁਖ ਮੰਗਣਾ, ਮਹਾਰਾਜ ਕਹਿੰਦੇ ਐਵੇਂ ਝਖਾਂ ਮਾਰਨੀਆਂ ਨੇ। ਸੁਖ ਦੁੱਖ ਦੋਏ ਦਰ ਕੱਪੜੇ, ਪਹਿਰਹਿ ਜਾਏ ਮਨੁੱਖ। ਸੁਖ ਅਤੇ ਦੁੱਖ ਵਾਹਿਗੁਰੂ ਦੇ ਦਰ ਤੋਂ ਮਿਲੇ ਹੋਏ ਇਹ ਜੀਵ ਮਨ ਆਤਮਾ ਰੂਪ ਸਰੀਰ ਦੇ ਕੱਪੜੇ ਨੇ। ਸੁਖ ਵੀ ਆਉਣਾ ਜੀਵਨ ਵਿੱਚ, ਦੁੱਖ ਵੀ ਆਉਣਾ। ਇਹ ਸੁਖ ਦੁੱਖ ਨਾਲੇ ਲਾਗਾ। ਮਹਾਰਾਜ ਕਹਿੰਦੇ ਨੇ ਭਾਈ ਇਹ ਤਾਂ ਮਨੁੱਖ ਨੂੰ ਇਹ ਕੱਪੜੇ ਪਹਿਨਣੇ ਹੀ ਪੈਂਦੇ ਨੇ, ਸੁਖ ਵੀ ਆਉਣੇ ਨੇ, ਦੁੱਖ ਵੀ ਆਉਣੇ ਨੇ। ਕਰਨਾ ਕੀ ਚਾਹੀਦਾ ਹੈ? ਜੇ ਸੁਖ ਦੇਹ ਤਾਂ ਤੁਝ ਹੈ ਅਰਾਧੀ, ਦੁੱਖ ਭੀ ਤੁਝ ਹੈ ਧਿਆਈ,
ਜੇ ਭੁਖ ਦੇਹ ਤਾਂ ਇਤਿ ਰਾਜਾ, ਦੁੱਖ ਵਿੱਚ ਸੁਖ ਮਨਾਈ। ਐ ਬਿਰਤੀ ਆਪਾਂ ਗੁਰੂ ਕੋਲੋਂ ਮੰਗੀਏ। ਮਹਾਰਾਜ ਮੈਨੂੰ ਇਹੋ ਜੀ ਦ੍ਰਿੜਤਾ ਬਖਸ਼ਿਸ਼ ਕਰ ਦਿਓ ਕਿ ਮੈਂ ਜਦੋਂ ਤੂੰ ਸੁਖ ਦਿੱਤੇ ਨੇ ਨਾ, ਇਹਨਾਂ ਸੁਖਾਂ ਵਿੱਚ ਗਲਤਾਨ ਹੋ ਕੇ ਮੈਂ ਤੇਰੇ ਤੋਂ ਬੇਮੁਖ ਨਾ ਹੋਵਾਂ। ਇਹ ਨਾ ਹੋਵਾ ਕਿ ਸੁਖਾਂ ਦੇ ਵਿੱਚ ਹੀ ਮਸਤ ਹੋ ਗਏ ਤੇ ਪ੍ਰਭੂ ਦਾ ਨਾਮ ਜਪਿਆ ਹੀ ਨਾ। ਜੇ ਸੁਖ ਦੇ ਤਾਂ ਤੁਝ ਹੈ ਅਰਾਧੀ, ਜੇ ਸੁਖ ਦੇਵੇਂ ਤਾਂ ਵੀ ਮੈਂ ਤੇਰੀ ਆਰਾਧਨਾ ਕਰਦਾ ਹੀ ਰਵਾਂ। ਤੇ ਦੁੱਖ ਵੀ ਤੁਝ ਹੈ ਧਿਆਈ, ਜੇ ਜੀਵਨ ਅੰਦਰ ਦੁੱਖ ਆ ਗਿਆ ਤਾਂ ਐਸਾ ਨਾ ਹੋਵੇ ਕਿ ਦੁੱਖਾਂ ਤੋਂ ਘਬਰਾ ਕੇ ਮੈਂ ਤੇਰਾ ਦਰ ਛੱਡ ਕੇ ਦਰ ਦਰ ਤੇ ਤੁਰਿਆ ਫਿਰਾਂ। ਨਹੀਂ, ਦੁੱਖ ਦੇ ਵਿੱਚ ਵੀ ਤੇਰੀ ਆਰਾਧਨਾ ਕਰਾਂ, ਕਿਉਂਕਿ ਸੁੱਖ ਦੁੱਖ ਤੇਰੀ ਆਗਿਆ ਪਿਆਰੇ, ਦੂਜੀ ਨਾ ਹੀ ਜਾਏ। ਇਹ ਤਾਂ ਸਾਰੇ ਤੇਰੀ ਆਗਿਆ ਵਿੱਚ ਨੇ। ਹਰ ਹਾਲ ਸਰੀਰ ਸਵਸਥ ਖੀਣ ਸਮਏ, ਸਿਮਰੰਤ ਨਾਨਕ ਰਾਮ ਦਮੋਦਰ ਮਾਧਵ ਹੈ। ਭਾਵੇਂ ਸਰੀਰ ਵਿੱਚ ਤਾਕਤ ਹੈ, ਭਾਵੇਂ ਕਮਜ਼ੋਰੀ ਹੈ, ਭਾਵੇਂ ਸਰੀਰ ਨੂੰ ਸੁੱਖ ਹੈ, ਭਾਵੇਂ ਦੁੱਖ ਹੈ, ਹਰ ਵਕਤ ਵਾਹਿਗੁਰੂ ਦਾ ਆਰਾਧਨ ਕਰਨਾ, ਸਿਮਰਨ ਕਰਨਾ, ਇਹ ਦਾਤ ਗੁਰੂ ਦੇ ਕੋਲੋਂ ਮੰਗੀਏ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਉਪਦੇਸ਼ ਉਚਾਰਨ ਕਰਨ ਦਾ ਭਾਵ ਹੈ। ਅਗਲੇ ਸ਼ਲੋਕ ਵਿੱਚ ਸਤਿਗੁਰੂ ਜੀ ਕਿਰਪਾ ਕਰਦੇ ਨੇ। ਜਗਤ ਭਿਖਾਰੀ ਫਿਰਤ ਹੈ। ਸਾਰੇ ਦਾ ਸਾਰਾ ਜਿਹੜਾ ਜਗਤ ਹੈ ਇਹ ਭਿਖਾਰੀ ਬਣਿਆ ਫਿਰਦਾ ਹੈ, ਮੰਗਤਾ ਬਣਿਆ ਹੋਇਆ ਹੈ। ਆਪਾਂ ਸਾਰੇ ਇੱਕ ਦੂਸਰੇ ਕੋਲੋਂ ਕੋਈ ਨਾ ਕੋਈ ਆਸ ਰੱਖਦੇ ਆ ਨਾ, ਆਪਾਂ ਮੰਗਦੇ ਆ ਹਰ ਇੱਕ ਵਸਤੂ ਇੱਕ ਦੂਸਰੇ ਕੋਲੋਂ, ਤੇ ਗੁਰੂ ਕੇ ਦਰ ਤੋਂ ਆ ਕੇ ਵੀ ਆਪਾਂ ਮੰਗਦੇ ਹਾਂ, ਭਿਖਾਰੀ ਆ। ਕਹਿਣ ਨੂੰ ਭਾਵੇਂ ਆਪਾਂ ਦਾਤੇ ਬਣ ਬਣ ਦਾਨੀ ਬਣ ਬਣ ਬੈਠੀਏ, ਪਰ ਕੋਈ ਨਾ ਕੋਈ ਵਸਤੂ ਤਾਂ ਸਾਨੂੰ ਕਿਸੇ ਕੋਲੋਂ ਮੰਗਣੀ ਹੀ ਪੈਂਦੀ ਹੈ। ਹੋਰ ਤਾਂ ਹੋਰ ਆਪਾਂ ਆਪਣੀ ਕਿਰਤ ਕਰਦੇ ਆ, ਨੌਕਰੀ ਵੀ ਮੰਗਣੀ ਪੈਂਦੀ ਹੈ। ਕਰਨੀ ਤਾਂ ਆਪਣੀ ਕਿਰਤ ਹੈ, ਮਿਹਨਤ ਮੁਸ਼ੱਕਤ ਹੈ, ਪਰ ਮੰਗੇ ਬਿਨਾਂ ਤਾਂ ਨਹੀਂ ਨਾ ਮਿਲਦੀ। ਨੌਕਰੀ ਕੀਤੀ ਆ, ਮੰਗੇ ਬਿਨਾਂ ਤਨਖਾਹ ਨਹੀਂ ਮਿਲਣੀ, ਉਹ ਵੀ ਮੰਗਣੀ ਹੀ ਪੈਂਦੀ ਹੈ। ਇਉਂ ਸਾਰਾ ਜਗਤ ਭਿਖਾਰੀ ਬਣਿਆ ਫਿਰਦਾ ਹੈ। ਸਭ ਕੋ ਦਾਤਾ ਰਾਮ। ਪਰ ਭਾਈ ਸਾਰਿਆਂ ਦਾ ਦਾਤਾ, ਸਰਬ ਸ੍ਰਿਸ਼ਟੀ ਦਾ ਦਾਤਾ ਇੱਕੋ ਇੱਕ ਰਾਮ ਰਮਿਆ ਹੋਇਆ ਜੋ ਸਰਬ ਵਿਆਪਕ ਵਾਹਿਗੁਰੂ ਉਹ ਹੈ। ਉਹਦੇ ਦਰ ਦੀ ਭਿਖਾਰੀ ਹੈ ਸਾਰੀ ਦੀ ਸਾਰੀ ਸ੍ਰਿਸ਼ਟੀ। ਸਾਰਾ ਜਗਤ ਉਸ ਪਰਮਾਤਮਾ ਦੇ ਦਰ ਦਾ ਮੰਗਤਾ ਹੈ। ਸਾਰਿਆਂ ਦਾ ਦਾਤਾ ਉਹ ਅਕਾਲ ਪੁਰਖ ਵਾਹਿਗੁਰੂ ਹੈ। ਇੱਕ ਦਾਤੇ ਇੱਕ ਮੰਗਤੇ ਸਭਨਾ ਸਿਰ ਸੋਈ। ਇੱਕ ਤਾਂ ਪ੍ਰਮਾਤਮਾ ਨੇ ਦੁਨੀਆ ਤੇ ਐਸੇ ਪੈਦਾ ਕੀਤੇ ਨੇ ਜਿਨ੍ਹਾਂ ਨੂੰ ਧਨ ਦੌਲਤ ਪਦਾਰਥ ਬਹੁਤ ਬਖਸ਼ੇ ਨੇ, ਨਾਲ ਉਹਨਾਂ ਨੂੰ ਸਖੀ ਸੁਭਾਅ ਵੀ ਦੇ ਦਿੱਤਾ। ਉਹ ਲੋਕਾਂ ਨੂੰ ਦਾਨ ਦਿੰਦੇ ਨੇ, ਲੋਕਾਂ ਦੀ ਮਦਦ ਕਰਦੇ ਨੇ, ਦਾਤੇ ਦਾਨੀ ਬਣੇ ਹੋਏ ਨੇ। ਇੱਕ ਮੰਗਤੇ, ਇੱਕ ਮੰਗਣ ਵਾਲੇ ਨੇ ਜਿਹੜੇ ਉਹਨਾਂ ਦਾਨੀਆਂ ਦੇ ਕੋਲੋਂ ਜਾ ਜਾ ਕੇ ਮੰਗਦੇ ਨੇ। ਭਾਵੇਂ ਦਾਤੇ ਹੋਣ ਭਾਵੇਂ ਮੰਗਤੇ ਹੋਣ, ਸਭਨਾ ਸਿਰ ਸੋਈ। ਸਾਰਿਆਂ ਦੇ ਸਿਰ ਤੇ ਸੋਈ ਉਹ ਅਕਾਲ ਪੁਰਖ ਵਾਹਿਗੁਰੂ ਹੈ। ਸਾਰਿਆਂ ਦਾ ਮਾਲਕ ਆਪ ਹੈ। ਮੰਗਣ ਵਾਲਿਆਂ ਦੇ ਵਿੱਚ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਵਸ ਰਿਹਾ ਹੈ, ਦੇਣ ਵਾਲਿਆਂ ਦੇ ਹਿਰਦੇ ਵਿੱਚ ਵੀ ਵਸ ਰਿਹਾ ਹੈ, ਤੇ ਦਾਤਾ ਅਸਲ ਵਿੱਚ ਉਹ ਪ੍ਰਮਾਤਮਾ ਆਪ ਹੀ ਹੈ। ਜੋ ਮਨੁੱਖ ਦਾਤਾ ਬਣਿਆ ਉਹਨੂੰ ਵੀ ਤਾਂ ਪ੍ਰਮਾਤਮਾ ਨੇ ਦਾਤਾਂ ਦਿੱਤੀਆਂ, ਉਹ ਵੀ ਵਾਹਿਗੁਰੂ ਕੋਲੋਂ ਲੈ ਕੇ ਹੀ ਅੱਗੇ ਦੇ ਰਿਹਾ ਹੈ। ਦਾਨ ਦੇਣ ਵਾਲਾ ਵੀ ਰੱਬ ਅੱਗੇ ਅਰਦਾਸਾਂ ਬੇਨਤੀਆਂ ਕਰ ਰਿਹਾ ਹੈ ਕਿ ਮਹਾਰਾਜ ਤੂੰ ਜਿਹੜਾ ਮੈਨੂੰ ਦਾਨੀ ਸੁਭਾਅ ਦਿੱਤਾ ਹੈ, ਕਿਰਪਾ ਕਰੀ ਕਿ ਇਹ ਦਾਨੀ ਸੁਭਾਅ ਮੇਰਾ ਮਿਟੇ ਨਾ, ਤੇ ਦਾਨ ਦਿੰਦਿਆਂ ਮੇਰੇ ਖਜ਼ਾਨੇ ਨਾ ਮੁੱਕਣ। ਉਹ ਵੀ ਤਾਂ ਪ੍ਰਮਾਤਮਾ ਕੋਲੋਂ ਮੰਗ ਰਿਹਾ ਹੈ ਨਾ। ਸਾਹਿਬ ਸ੍ਰੀ ਸਭ ਕੋ ਸਰਨਾਇਕ, ਜਾਚਕ ਅਨੇਕ ਸੋ ਏਕ ਦਿਵਈਆ। ਸਾਰਿਆਂ ਦਾ ਮਾਲਕ ਹੈ, ਸਰਬ ਸ਼੍ਰੋਮਣੀ ਹੈ, ਸਭ ਦਾ ਪ੍ਰਮੁੱਖ ਰੂਪ ਹੈ। ਅਣਗਿਣਤ ਅਨੇਕਾਂ ਉਸ ਦਰ ਦੇ ਮੰਗਤੇ ਨੇ। ਦੇਣ ਵਾਲਾ ਦਵਈਆ ਉਹ ਵਾਹਿਗੁਰੂ ਇੱਕੋ ਇੱਕ ਹੈ। ਸਭ ਕੋ ਦਾਤਾ ਰਾਮ, ਸਭਨਾ ਦਾ ਹੀ ਦਾਤਾ। ਕੋਈ ਵਿਤਕਰਾ ਨਹੀਂ, ਕਿਸੇ ਨੂੰ ਇਨਕਾਰ ਨਹੀਂ। ਜਿਸ ਨੇ ਵੀ ਸ਼ਰਧਾ ਭਾਵਨਾ ਨਾਲ ਮੰਗਿਆ ਪ੍ਰਮਾਤਮਾ ਦੇ ਰਿਹਾ ਹੈ। ਬਲਕਿ ਤੂੰ ਅਣਮੰਗਿਆ ਦਾਨ ਦੇਵਣਾ ਸਭਨਾ ਹਾ ਜੀਆ। ਅਣਮੰਗਿਆ ਦਾਨ ਹੀ ਪ੍ਰਮਾਤਮਾ ਦੇ ਰਿਹਾ ਹੈ। ਆ ਸਰੀਰ ਆਪਾਂ ਮੰਗਿਆ ਨਹੀਂ ਸੀ, ਨੱਕ ਕੰਨ ਮੂੰਹ ਹੱਥ ਸਾਰੇ ਅੰਗ ਮੰਗੇ ਨਹੀਂ ਸੀ। ਜ਼ਰੂਰਤ ਸੀ ਸਾਨੂੰ, ਪਰ ਅਣਮੰਗਿਆਂ ਹੀ ਪ੍ਰਮਾਤਮਾ ਨੇ ਦਿੱਤੇ। ਅਣਮੰਗਿਆਂ ਹੀ ਸਾਨੂੰ ਹਵਾ ਦਿੱਤੀ, ਅਣਮੰਗਿਆਂ ਹੀ ਪਾਣੀ ਦਿੱਤਾ। ਹੋਰ ਅਨੇਕਾਂ ਦਾਤਾਂ ਬਿਨਾਂ ਮੰਗਣ ਤੋਂ ਹੀ ਪ੍ਰਮਾਤਮਾ ਦੇ ਰਿਹਾ ਹੈ, ਤੇ ਦੇ ਰਿਹਾ ਸਾਰਿਆਂ ਹੀ ਜੀਵਾਂ ਨੂੰ। ਕੋਈ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਰੱਬ ਨੇ ਕੁਝ ਨਹੀਂ ਦਿੱਤਾ। ਨਹੀਂ, ਸਾਰਿਆਂ ਨੂੰ ਉਹ ਪ੍ਰਮਾਤਮਾ ਦੇ ਰਿਹਾ ਹੈ। ਦੁਨੀਆ ਦੇ ਦਾਤੇ ਉਹ ਕੁਝ ਦੇ ਸਕਦੇ ਨੇ ਜੋ ਕੁਝ ਉਹਨਾਂ ਕੋਲ ਦੇਣ ਦੀ ਸਮਰੱਥਾ ਹੋਵੇ, ਜੋ ਉਹਨਾਂ ਦੇ ਆਪਣੇ ਕੋਲ ਹੋਵੇ। ਜੋ ਆਪਣੇ ਕੋਲ ਨਹੀਂ ਉਹ ਭਲਾ ਕਿੱਥੋਂ ਦੇ ਸਕਣਗੇ? ਨਹੀਂ ਦੇ ਸਕਣਗੇ। ਭਾਵ ਦੁਨੀਆ ਦੇ ਦਾਨੀਆਂ ਕੋਲੋਂ ਸਭ ਕੁਝ ਨਹੀਂ ਮਿਲ ਸਕਦਾ, ਪਰ ਵਾਹਿਗੁਰੂ ਐਸਾ ਦਾਤਾ ਕਿ ਸਾਰੇ ਸੰਸਾਰ ਦਾ ਮਾਲਕ,
ਸਾਰੇ ਭੰਡਾਰ ਉਸ ਪ੍ਰਮਾਤਮਾ ਦੇ ਭਰੇ ਪਏ ਨੇ, ਸਾਰੀਆਂ ਹੀ ਦਾਤਾਂ ਦਿੰਦਾ ਹੈ, ਕੀ ਲੋਕ ਦੀਆਂ ਕੀ ਪਰਲੋਕ ਦੀਆਂ, ਸਾਰੀਆਂ ਦਾਤਾਂ ਦੇਣ ਵਾਲਾ ਦਾਤਾ ਉਹ ਰਾਮ ਰਮਿਆ ਹੋਇਆ ਅਕਾਲ ਪੁਰਖ ਵਾਹਿਗੁਰੂ ਆਪ ਹੈ। ਕਹੋ ਨਾਨਕ ਮਨ ਸਿਮਰਤਿਹ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਐ ਮਨਾ, ਐ ਪਿਆਰਿਆ, ਐ ਮਨੁੱਖ, ਸਿਮਰਤਿਹ, ਉਸ ਪ੍ਰਮਾਤਮਾ ਦਾ ਸਿਮਰਨ ਕਰ, ਉਸ ਵਾਹਿਗੁਰੂ ਨੂੰ ਯਾਦ ਕਰ, ਉਸ ਪ੍ਰਮਾਤਮਾ ਦੇ ਕੋਲੋਂ ਮੰਗ। ਮਹਾਰਾਜ ਫਰਮਾਨ ਕਰਦੇ ਨੇ, ਹਰ ਇੱਕੋ ਦਾਤਾ ਸੇਵੀਐ, ਹਰ ਇੱਕ ਤੇ ਆਈਐ। ਇੱਕੋ ਪ੍ਰਮਾਤਮਾ ਦਾ ਸਿਮਰਨ ਕਰੀਏ, ਇੱਕੋ ਦਾ ਹੀ ਧਿਆਨ ਧਾਰਨ ਕਰੀਏ। ਹਰ ਇੱਕੋ ਦਾਤਾ ਮੰਗੀਐ, ਮਨ ਚਿੰਦਿਆ ਪਾਈਐ। ਉਸ ਇੱਕੋ ਦਾਤੇ ਪ੍ਰਮਾਤਮਾ ਦੇ ਕੋਲੋਂ ਹੀ ਮੰਗਣਾ ਕਰੀਏ, ਜਿਹਦੇ ਕੋਲੋਂ ਮੰਗਿਆ ਮਨ ਚਿਤਵੇ ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਨੇ। ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਵਾਹਿਗੁਰੂ ਦਾ ਦਰ ਛੱਡ ਕੇ ਜੇ ਦੂਜਿਆਂ ਦੇ ਕੋਲੋਂ ਮੰਗੀਏ ਤਾਂ ਇਹ ਤਾਂ ਲੱਜਾ ਵਿੱਚ ਸ਼ਰਮ ਵਿੱਚ ਮਰਨ ਵਾਲੀ ਗੱਲ ਹੈ, ਸ਼ਰਮ ਵਿੱਚ ਹੀ ਮਰ ਜਾਈਏ ਕਿ ਸਭ ਤੋਂ ਵੱਡੇ ਦਾਤੇ ਨੂੰ ਛੱਡ ਕੇ ਆਪਾਂ ਦਰ ਦਰ ਤੇ ਤੁਰੇ ਫਿਰਦੇ ਆ। ਰੇ ਜੀਨ ਲਾਜ, ਲਾਜ ਤੋਹਿ ਨਾਹੀ, ਹਰ ਤਾਜ ਕਤ ਕਾਹੂ ਕੇ ਜਾਹੀ, ਜਾ ਕੋ ਠਾਕਰ ਊਚਾ ਹੋਹੀ, ਸੋ ਜਨ ਪਰ ਕਰ ਜਾਤ ਨਾ ਸੋਹੀ। ਕਬਲਾ ਚਰਨ ਸਰਨ ਹੈ ਜਾ ਕੇ, ਕਹੋ ਜਨ ਕਾ ਨਾਹੀ ਕਰਤਾ ਕੈ। ਭਾਈ ਗੁਰਦਾਸ ਜੀ ਗੁਰਬਾਣੀ ਦਾ ਉਪਦੇਸ਼ ਦ੍ਰਿੜ ਕਰਾਉਂਦੇ ਨੇ, ਦਾਤਾ ਉਹ ਨਾ ਮੰਗੀਐ ਫਿਰ ਮੰਗਣ ਜਾਈਐ, ਹੋਸ਼ਾ ਸਾਹ ਨਾ ਕੀਚਈ ਫਿਰ ਪਛੋਤਾਈਐ, ਸਾਹਿਬ ਉਹ ਨਾ ਸੇਵੀਐ ਜਮ ਡੰਡ ਸਹਾਈਐ, ਹਉਮੈ ਰੋਗ ਨਾ ਕੱਟਈ ਉਹ ਵੈਦ ਨਾ ਲਾਈਐ। ਗੁਰੂ ਕੋਲੋਂ ਮੰਗੀਏ, ਪ੍ਰਮਾਤਮਾ ਦੇ ਕੋਲੋਂ ਮੰਗੀਏ ਜੋ ਸਭ ਦਾ ਦਾਤਾ ਹੈ, ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਤੇ ਜੀਵ ਨੂੰ ਸਾਰੀਆਂ ਹੀ ਦਾਤਾਂ ਦੇਣ ਵਾਲਾ ਹੈ, ਜਿਹਦੇ ਕੋਲ ਮੰਗਿਆ ਸਭ ਕੁਝ ਹੀ ਮਿਲਦਾ ਹੈ। ਉਸ ਪਰਮਾਤਮਾ ਦਾ ਐ ਮਨਾ ਸਿਮਰਨ ਕਰ, ਉਹਦੀ ਯਾਦ ਆਪਣੇ ਹਿਰਦੇ ਵਿੱਚ ਵਸਾ ਕੇ ਰੱਖ। ਪੂਰਨ ਹੋਵਹਿ ਕਾਮ। ਜੇ ਤੂੰ ਵਾਹਿਗੁਰੂ ਨੂੰ ਸਿਮਰੇਗਾ, ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਰਵੇਂਗਾ, ਵਾਹਿਗੁਰੂ ਕਿਰਪਾ ਕਰੇਗਾ ਕਿ ਪੂਰਨ ਹੋਵਹਿ ਕਾਮ, ਤੇਰੇ ਸਾਰੇ ਕੰਮ ਪੂਰੇ ਹੋ ਜਾਣਗੇ, ਸਾਰੇ ਕੰਮ ਰਾਸ ਆ ਜਾਣਗੇ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਜਿਨ੍ਹਾਂ ਜਿਨ੍ਹਾਂ ਨੇ ਨਾਮ ਧਿਆਇਆ ਉਹਨਾਂ ਦੇ ਦੁਨਿਆਵੀ ਕਾਰਜ ਵੀ ਸਾਰੇ ਹੀ ਸਰਗੇ ਰਾਸ ਆ ਗਏ। ਹਰ ਗੁਰ ਪੂਰਾ ਆਰਾਧਿਆ ਦਰਗਹ ਸੱਚ ਖਰੇ। ਜਿਨ੍ਹਾਂ ਨੇ ਪੂਰੇ ਗੁਰੂ ਕੇ ਲੜ ਲੱਗ ਕੇ ਹਰੀ ਪ੍ਰਮਾਤਮਾ ਦਾ ਆਰਾਧਨ ਕੀਤਾ, ਦਰਗਾਹ ਵਿੱਚ ਵੀ ਉਹ ਖਰੇ ਹੋਏ ਤੇ ਸੱਚੇ ਹੋਏ, ਸਚਿਆਰ ਬਣ ਕੇ ਪ੍ਰਮਾਤਮਾ ਦੇ ਦਰ ਤੇ ਜਾ ਖਲੋਤੇ। ਇਉਂ ਲੋਕ ਪਰਲੋਕ ਸਫਲੇ ਹੁੰਦੇ ਨੇ, ਸਾਰੇ ਕੰਮ ਪੂਰੇ ਹੋ ਜਾਂਦੇ ਨੇ। ਪੂਰਨ ਹੋਵੈ ਕਾਮ। ਕਾਮ ਦਾ ਅਰਥ ਹੈ ਕਾਮਨਾ। ਕਾਮ ਕਾਮ ਸਭ ਕੋ ਕਹੈ, ਕਾਮ ਨਾ ਜਾਣੈ ਕੋਏ, ਜੇਤੀ ਮਨ ਕੀ ਕਾਮਨਾ ਕਾਮ ਕਹਾਵੈ ਸੋਏ। ਪੂਰਨ ਹੋਵੈ ਕਾਮ, ਤੇਰੀਆਂ ਸਾਰੀਆਂ ਹੀ ਕਾਮਨਾਵਾਂ ਪੂਰਨ ਹੋਣਗੀਆਂ। ਜੋ ਵੀ ਮਨ ਦੀ ਕਾਮਨਾ ਹੈ, ਜੋ ਵੀ ਇੱਛਾ ਹੈ, ਜੋ ਵੀ ਭਾਵਨਾ ਹੈ, ਸਾਰੀਆਂ ਹੀ ਕਾਮਨਾਵਾਂ ਪ੍ਰਮਾਤਮਾ ਦੇ ਸਿਮਰਨ ਤੋਂ ਪੂਰੀਆਂ ਹੋਣਗੀਆਂ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪੜ੍ਹੀਏ ਪਹਿਲੀ ਅਸ਼ਟਪਦੀ ਦੀਆਂ ਇਹ ਸਾਰੀਆਂ ਪੌੜੀਆਂ, ਪ੍ਰਮਾਤਮਾ ਦੇ ਸਿਮਰਨ ਵਿੱਚੋਂ ਕਿੰਨਾ ਕੁਝ ਪ੍ਰਾਪਤ ਹੁੰਦਾ ਹੈ। ਸੋ ਇਹਨਾਂ ਦੋਵਾਂ ਸ਼ਲੋਕਾਂ ਦਾ ਭਾਵ ਅਰਥ ਕਿ ਭਾਈ ਸੁਖਾਂ ਦੀ ਪ੍ਰਾਪਤੀ ਦਾ ਸਾਧਨ ਪ੍ਰਮਾਤਮਾ ਦਾ ਨਾਮ ਹੈ। ਵਾਹਿਗੁਰੂ ਦੇ ਨਾਮ ਨਾਲ ਜੁੜਨਾ ਕਰ। ਮਨੋ ਕਾਮਨਾਵਾਂ ਦੀ ਪੂਰਤੀ ਦਾ ਸਾਧਨ ਪ੍ਰਮਾਤਮਾ ਦਾ ਨਾਮ ਹੈ। ਉਹ ਪ੍ਰਮਾਤਮਾ ਐਸਾ ਦਾਤਾ ਹੈ ਜਿਹਦੇ ਭੰਡਾਰੇ ਕਦੇ ਮੁੱਕਦੇ ਨਹੀਂ, ਸਭ ਨੂੰ ਦਾਤਾਂ ਦਿੰਦਾ, ਸਭ ਕੁਝ ਹੀ ਬਖਸ਼ਿਸ਼ ਕਰਦਾ ਹੈ। ਉਸ ਪ੍ਰਮਾਤਮਾ ਦੇ ਸਿਮਰਨ ਨਾਲ ਜੁੜ, ਵਾਹਿਗੁਰੂ ਦੀ ਯਾਦ ਵਿੱਚ ਜੁੜ, ਤੇਰੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ, ਤੇਰੇ ਕੰਮ ਰਾਸ ਆਉਣਗੇ, ਤੇਰੇ ਦੁੱਖ ਮਿਟਣਗੇ ਤੇ ਸੁੱਖਾਂ ਦੀ ਪ੍ਰਾਪਤੀ, ਲੋਕ ਪਰਲੋਕ ਦੇ ਸੁੱਖ ਗੁਰੂ ਕੀ ਕਿਰਪਾ ਨਾਲ ਤੈਨੂੰ ਮਿਲਣਗੇ। ਇਹ ਉਪਦੇਸ਼ ਮਹਾਰਾਜ ਨੇ ਬਖਸ਼ਿਸ਼ ਕੀਤਾ। ਸਤਿਗੁਰੂ ਕਿਰਪਾ ਕਰਨ, ਆਪਣਾ ਬਖਸ਼ਿਆ ਹੋਇਆ ਪਾਵਨ ਉਪਦੇਸ਼ ਕਮਾਉਣ ਦਾ ਬਲ ਆਪ ਹੀ ਬਖਸ਼ਿਸ਼ ਕਰਨ, ਆਪਾਂ ਗੁਰੂ ਕੀ ਸਿੱਖਿਆ ਤੇ ਚੱਲ ਸਕੀਏ ਤੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਵਿਚਾਰ ਕਰਦਿਆਂ ਦਾਸ ਪਾਸੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਔਰ ਅੱਗੇ ਵਾਸਤੇ ਸਮਤ ਬਖਸ਼ਣੀ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਕਹੋ ਨਾਨਕ ਮਨ ਸਿਮਰਤਿਹ, ਪੂਰਨ ਹੋਵਹਿ ਕਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।
ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਨ ਆਈਆਂ। ਕਹਿ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ। ਅੰਗੀਕਾਰ ਉਕਰੇ ਤੇਰਾ ਕਾਰਜ ਸਭ ਸਵਾਰਨਾ। ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ। ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਪੰਚ ਦੂਤ ਤੁਧ ਵਸ ਕੀਤੇ ਕੌਲ ਕੰਟਕ ਮਾਰਿਆ। ਕਹਿ ਨਾਨਕ ਤੈ ਸੁਖ ਹੁਆ ਤਿਤ ਘਰ ਅਨਹਦ ਵਾਜੇ। ਆਨੰਦ ਸੁਨੋ ਵੱਡ ਭਾਗਿਓ ਸਗਲ ਮਨੋਰਥ ਪੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ।